ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਤੁਸੀਂ ਥੰਬਨੇਲ ਸਭ ਨੇ ਦੇਖਿਆ, ਆਪਾਂ ਜੀਓਗ੍ਰਾਫੀ ਦੇ ਵਿੱਚੋਂ ਵੀ ਭੂਗੋਲ, ਤਾਂ ਇਹਦੇ ਬਾਰੇ ਆਪਾਂ ਅੱਜ ਡਿਸਕਸ ਕਰਾਂਗੇ ਤੁਹਾਡੇ ਨਾਲ। ਇਹਦੇ 'ਚੋਂ ਆਪਾਂ ਤੁਹਾਡੇ ਨਾਲ MCQ ਡਿਸਕਸ ਕਰਾਂਗੇ ਅਤੇ ਉਹਦੇ ਨਾਲ ਕਰੰਟ ਕਿਹੜਾ ਜੁੜਦਾ ਉਹਨੂੰ ਵੀ ਆਪਾਂ ਤੁਹਾਡੇ ਨਾਲ ਡਿਸਕਸ ਕਰਨਾ। ਔਰ ਪੁਰਾਣੇ ਪੇਪਰਾਂ ਦੇ MCQ ਨੇ ਜਿਹੜੇ ਈਵਨ ਸਟੇਟਮੈਂਟ ਵਾਲੇ ਕੁਐਸਚਨ ਹੋਣਗੇ, ਆਪਾਂ ਤੁਹਾਨੂੰ ਉਹ ਕੁਐਸਚਨ ਵੀ ਦਿਖਾਵਾਂਗੇ। ਅਤੇ ਇਹਦੇ 'ਚੋਂ ਬੱਚੇ ਅੱਜ ਆਪਣਾ ਜਿਹੜਾ ਕੰਟੈਂਟ ਰਹਿਣ ਵਾਲਾ ਅਤੇ ਉਹ ਵਾਲਾ ਹੈਗਾ, ਇਹਦੇ 'ਚ ਆਪਾਂ ਵਲਕੈਨੋ ਦੇ ਬਾਰੇ ਗੱਲ ਕਰਾਂਗੇ ਔਰ ਆਪਣਾ ਜਿਹੜਾ ਕਰੰਟ ਦੇ ਵਿੱਚ ਰਿਹਾ ਵਲਕੈਨੋ ਅਤੇ ਉਹਨਾਂ ਦੇ ਬਾਰੇ ਆਪਾਂ ਗੱਲ ਕਰਾਂਗੇ। ਰਿੰਗ ਆਫ ਫਾਇਰ ਕੀ ਆ ਇਹਦੇ ਬਾਰੇ ਗੱਲ ਕਰਾਂਗੇ। ਇਸ ਤੋਂ ਬਿਨਾਂ ਆਪਣੇ MCQ ਹੋਣਗੇ, ਪਲੱਸ ਇਹਨਾਂ ਦੇ ਜਿੰਨੇ ਫੈਕਟਸ ਹੋਣਗੇ ਉਹਨਾਂ ਦੇ ਬਾਰੇ ਗੱਲ ਕਰਾਂਗੇ। ਜਿਹਨੇ ਈਵਨ ਕਦੇ ਵਲਕੈਨੋ ਟੌਪਿਕ ਨਹੀਂ ਪੜ੍ਹਿਆ ਬੱਚੇ, ਉਹਦਾ ਵੀ ਅੱਜ ਬਿਲਕੁਲ ਕ੍ਰਿਸਟਲ ਕਲੀਅਰ ਕਰਾ ਕੇ ਤੋਰਿਆ ਜਾਊਗਾ ਜਦੋਂ ਤੱਕ ਵੀਡੀਓ ਦਾ ਐਂਡ ਹੋਣਾ, ਕਿਉਂਕਿ ਆਪਾਂ ਇੱਦਾਂ ਦੇ ਆਨਸਰ ਤੁਹਾਨੂੰ ਵੀਡੀਓ ਦੇ ਐਂਡ 'ਤੇ ਹੀ ਪ੍ਰੋਵਾਈਡ ਕਰਵਾਵਾਂਗੇ। ਉਦੋਂ ਤੱਕ ਤੁਸੀਂ ਖੁਦ ਵੀ ਆਨਸਰ ਦੇਣ ਦੇ ਯੋਗ ਹੋ ਜਾਵੋਗੇ। ਤਾਂ ਨਾਲ ਇਹਦਾ ਕਰੰਟ ਦੇ ਨਾਲ ਆਪਾਂ ਸਟੈਟਿਕ ਦੇਖਾਂਗੇ, ਕਿਹੜਾ ਵਰਲਡ ਦਾ ਹਾਈਐਸਟ ਆ, ਕਿਹੜਾ ਐਕਟਿਵ ਆ, ਕਿਹੜਾ ਡੋਰਮੈਂਟ ਆ, ਮਤਲਬ ਕਿ ਜਿੰਨੀਆਂ ਟਾਈਪਸ ਹੋਣਗੀਆਂ, ਕਿਵੇਂ ਬਣਦਾ ਵਲਕੈਨੋ ਔਰ ਇੰਡੀਆ ਦੇ ਵਿੱਚ ਕੀ ਗੱਲਬਾਤ ਆ। ਔਰ ਜੀਓਗ੍ਰਾਫੀ ਦੇ ਕੁਝ ਕੁ ਬੇਸਿਕ ਫੈਕਟਸ ਹੋਣਗੇ ਜਿਹੜੇ ਉਹਨਾਂ ਨੂੰ ਆਪਾਂ ਦੇਖਾਂਗੇ, ਔਰ ਜਿਨ੍ਹਾਂ ਦੇ ਵਿੱਚੋਂ ਪੋਸੀਬਿਲਿਟੀ ਹੈਗੀ ਆ ਐਗਜ਼ਾਮ ਓਰੀਐਂਟਡ ਕੁਐਸਚਨ ਆਉਣ ਦੀ। ਤਾਂ ਬੱਚੇ ਜਿਹੜੇ ਚੈਨਲ ਦੇ ਉੱਤੇ ਨਵੇਂ ਨੇ, ਦੈਨ ਉਹ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲਿਓ। ਔਰ ਹੁਣ ਆਪਾਂ ਬਿਨਾਂ ਕਿਸੇ ਦੇਰੀ ਤੋਂ ਆਪਣੇ ਜਿਹੜੇ ਕੁਐਸਚਨ ਨੇ ਪਹਿਲਾਂ ਉਹਨਾਂ ਨੂੰ ਦੇਖਦੇ ਹਾਂ। ਦ ਮੋਸਟ ਅਬੰਡੈਂਟ ਗੈਸ ਮਿਟਡ ਫਰੋਮ ਦਾ ਵਲਕੈਨੋਜ਼। ਤਾਂ ਜਦੋਂ ਵਲਕੈਨੋ ਆਉਂਦਾ ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਗੈਸ ਨਿਕਲਦੀ ਆ A B C D 4 ਆਪਸ਼ਨਾਂ ਨੇ, ਵਾਟਰ ਵੈਪਰ, ਹੀਲੀਅਮ, ਸਲਫਰ ਡਾਈਆਕਸਾਈਡ ਔਰ ਕਾਰਬਨ ਡਾਈਆਕਸਾਈਡ। ਤਾਂ ਇਹਨਾਂ ਦੇ ਵਿੱਚੋਂ ਬੱਚੇ ਤੁਸੀਂ ਆਨਸਰ ਦੱਸਣਾ। ਔਰ ਦੂਸਰਾ ਕੁਐਸਚਨ ਦੇਖੋ, ਸਟੇਟਮੈਂਟ ਵਾਲਾ ਕੁਐਸਚਨ ਆ, ਇਹ UPSC ਦੇ ਵਿੱਚ 2018 ਦੇ ਪ੍ਰੀ ਦੇ ਵਿੱਚ ਆਇਆ ਹੋਇਆ ਕੁਐਸਚਨ ਆ। ਤਾਂ ਇਹ ਇੰਡੀਆ ਦੇ ਰਿਗਾਰਡਿੰਗ ਸੀਗਾ, ਸੋ ਦੈਟਸ ਵਾਈ ਆਪਾਂ ਆਪਣੀ ਵੀਡੀਓ ਦੇ ਵਿੱਚ ਇਹਨੂੰ ਤੁਹਾਡੇ ਨਾਲ ਸ਼ੇਅਰ ਕੀਤਾਗਾ, ਕਿਉਂਕਿ ਇੰਡੀਆ ਦੇ ਰਿਗਾਰਡਿੰਗ ਸੀਗਾ ਇਹ ਵਾਲਾ ਕੁਐਸਚਨ। ਦ ਬੈਰਨ ਆਈਲੈਂਡ ਦੇ ਰਿਗਾਰਡਿੰਗ। ਵਲਕੈਨੋ ਇਜ਼ ਐਨ ਐਕਟਿਵ ਵਲਕੈਨੋ ਇਨ ਦਾ ਇੰਡੀਅਨ ਟੈਰੀਟਰੀ। ਬੈਰਨ ਆਈਲੈਂਡ ਲਾਈਜ਼ ਅਬਾਊਟ 140 ਕਿਲੋਮੀਟਰ ਈਸਟ ਆਫ ਦਾ ਗ੍ਰੇਟ ਨਿਕੋਬਾਰ। ਦਾ ਮਤਲਬ ਕਿ ਆਖਰੀ ਟਾਈਮ ਇਹ ਜਿਹੜਾ ਇਰਪਟ ਹੋਇਆ ਸੀ 1991 ਦੇ ਵਿੱਚ, ਐਂਡ ਹੈਜ਼ ਰਿਮੇਨਡ ਇਨਐਕਟਿਵ ਸਿੰਸ ਦੈਨ। ਦੇਖੋ 2018 ਦੇ ਵਿੱਚ ਆਇਆ ਬੱਚੇ। ਜੇ ਥੋੜ੍ਹਾ ਬਹੁਤਾ ਵੀ ਤੁਸੀਂ ਕਰੰਟ ਦੇ ਨਾਲ ਅਪਡੇਟ ਰਹੋਗੇ, ਦੈਨ ਤੁਹਾਨੂੰ ਪਤਾ ਲੱਗ ਜੂਗਾ ਵੀ ਇਹ ਕਰੰਟ ਦੇ ਵਿੱਚ ਟੌਪਿਕ ਰਿਹਾ ਸੀ ਔਰ 2018 ਦੇ ਵਿੱਚ ਇੱਕ ਵਾਰ ਇਹ ਇਰਪਟ ਹੋਇਆ ਸੀ। ਸੋ ਇਹ ਕਰੰਟ ਦੇ ਵਿੱਚ ਰਿਹਾ, ਦੈਨ ਇਹਨਾਂ ਨੇ ਇਹਦਾ ਕੁਐਸਚਨ ਪੁੱਟ ਕਰਤਾ। ਤਾਂ ਐਵੇਂ ਤੁਹਾਨੂੰ ਕਲੀਅਰ ਹੋ ਜਾਊਗਾ, ਹੁਣ ਤੁਹਾਨੂੰ ਪਤਾ ਲੱਗੂ ਵੀ ਕਿ ਕਰੰਟ ਦੇ ਵਿੱਚ ਆਉਂਦੀ ਆ ਜਿਹੜੀ ਚੀਜ਼, ਉਹਦੇ ਤੋਂ ਕਿਵੇਂ ਕੁਐਸਚਨ ਆ ਜਿਹੜਾ ਉਹ ਫਰੇਮ ਕੀਤਾ ਜਾ ਸਕਦਾ। ਤਾਂ ਇਹਦਾ ਆਨਸਰ ਇਹ UPSC ਦਾ ਕੁਐਸਚਨ ਸੀ। ਬਾਕੀ ਆ ਬੱਚੇ ਦੇਖੋ, ਆ ਆਪਣੀ ਇੰਡੀਅਨ ਲੋਕੇਸ਼ਨ ਹੈ ਇੰਡੀਆ ਦੀ, ਠੀਕ ਆ, ਆਪਣਾ ਵਰਲਡ ਮੈਪ ਦੇ ਉੱਪਰ ਇੰਡੀਆ ਗਾ। ਆ ਆਪਣਾ ਗਵਾਂਢੀ ਦੇਸ਼ ਸ੍ਰੀਲੰਕਾ, ਔਰ ਇਸ ਤਰ੍ਹਾਂ ਭੂਟਾਨ, ਨੇਪਾਲ, ਬਰਮਾ ਜਾਣੀ ਕਿ ਮਿਆਂਮਾਰ, ਔਰ ਚਾਈਨਾ, ਬੰਗਲਾਦੇਸ਼, ਔਰ ਆ ਆਪਣਾ ਹੈਗਾ ਬੇ ਆਫ ਬੰਗਾਲ। ਅਤੇ ਇਹਦੇ ਵਿੱਚ ਆਹ ਵਾਲਾ ਤਾਂ ਹੈਗਾ ਨਾਰਕੰਡਮ ਆਈਲੈਂਡ, ਔਰ ਆਹ ਵਾਲਾ ਹੈਗਾ ਬੈਰਨ ਆਈਲੈਂਡ। ਤਾਂ ਬੱਚੇ ਇਹ ਦੋਨਾਂ ਦੀ ਆਪਾਂ ਇੱਥੇ ਗੱਲ ਕਰਾਂਗੇ, ਇਹਨਾਂ ਦੇ ਬਾਰੇ ਵੀ। ਤਾਂ ਇਹ ਬੇਸਿਕ ਫੈਕਟ ਇਹਨਾਂ ਦੇ ਬਾਰੇ ਦੇਖਾਂਗੇ। ਤਾਂ ਔਰ ਆਪਾਂ ਹੁਣ ਬੈਰਨ ਆਈਲੈਂਡ ਦੇ ਬਾਰੇ ਕੁਝ ਕੁ ਜਿਹੜੇ ਫੈਕਟ ਨੇ ਪਹਿਲਾਂ ਉਹਨਾਂ ਨੂੰ ਕਲੀਅਰ ਕਰ ਲੈਂਦੇ ਹਾਂ। ਦੇਖੋ ਬੈਰਨ ਆਈਲੈਂਡ ਅੰਡੇਮਾਨ ਐਂਡ ਆਈਲੈਂਡ ਦੇ ਉੱਤੇ ਆ, ਲੋਕੇਟਡ ਇਨ ਅੰਡੇਮਾਨ ਸੀ ਅਬਾਊਟ 140 ਕਿਲੋਮੀਟਰ। ਮਤਲਬ ਦੇਖੋ ਬੱਚੇ ਪੋਰਟ ਬਲੇਅਰ, ਫਰੋਮ ਪੋਰਟ ਬਲੇਅਰ। ਅਤੇ ਇੱਥੇ ਤੁਸੀਂ ਦੇਖ ਸਕਦੇ ਹੋ ਗ੍ਰੇਟ ਨਿਕੋਬਾਰ। ਬਸ ਮੈਦੂ ਬਾਅਦ ਆਪਦੇ ਆਪ ਤੁਸੀਂ ਇਹਨਾਂ ਨੂੰ ਜੋੜਨਾ ਬੱਚੇ, ਮੈਂ ਇਦੋਂ ਬਾਅਦ ਨਹੀਂ ਕਰਾਊਂਗਾ ਤੁਹਾਨੂੰ। ਪੋਰਟ ਬਲੇਅਰ, ਇਟ ਇਜ਼ ਦਾ ਪਾਰਟ ਆਫ ਦਾ ਇੰਡੀਅਨ ਯੂਨੀਅਨ ਟੈਰੀਟਰੀ ਆਫ ਅੰਡੇਮਾਨ ਐਂਡ ਨਿਕੋਬਾਰ ਆਈਲੈਂਡ। ਓਨਲੀ ਕਨਫਰਮ ਐਕਟਿਵ ਵਲਕੈਨੋ ਇਨ ਦਾ ਸਾਊਥ ਏਸ਼ੀਆ ਦੇ ਵਿੱਚ ਓਨਲੀ ਕਨਫਰਮ ਐਕਟਿਵ ਵਲਕੈਨੋ ਆ ਇਹ, ਠੀਕ ਆ। 1787 ਦੇ ਵਿੱਚ ਫਸਟ ਟਾਈਮ ਇਹਦੇ 'ਚ eruption ਹੋਇਆ ਸੀ। ਫਿਰ ਇਹ ਤੋਂ ਬਾਅਦ ਆ ਬੱਚੇ ਇਹਨਾਂ ਦਾ ਟਾਈਮ ਲਾਈਨ ਆ ਪੂਰੀ, ਕਦੋਂ ਇਹਦੇ 'ਚ ਹੋਇਆ। 1991 ਦੇ ਵਿੱਚ ਹੋਇਆ ਸੀਗਾ, ਤਕਰੀਬਨ 150 ਸਾਲ ਦੇ ਬਾਅਦ, ਠੀਕ ਆ, ਕਿਉਂਕਿ ਇੰਨੇ ਸਾਲ ਦੇਖੋ ਇੱਥੇ ਤੱਕ ਬਿਲਕੁਲ ਸ਼ਾਂਤ ਰਿਹਾ। ਫਿਰ 95 ਦੇ ਵਿੱਚ ਹੋਇਆ, ਫਿਰ 2004-05 ਦੇ ਵਿੱਚ ਹੋਇਆ, 2018 ਦੇ ਵਿੱਚ ਹੋਇਆ। ਤਾਂ ਅਗਲੀ ਸਟੇਟਮੈਂਟ ਤਾਂ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਕਿਹੜੀ ਉਹਦੇ ਵਿੱਚੋਂ ਗਲਤ ਆ, ਕਿਹੜੀ ਉਹਦੇ 'ਚ ਸਟੇਟਮੈਂਟ ਸਹੀ ਬਣਦੀ ਆ। ਇੰਨੇ ਕੁ ਫੈਕਟ ਦੇਖ ਕੇ ਵੀ ਤੁਸੀਂ UPSC ਦਾ ਕੁਐਸਚਨ ਟਿਕ ਕਰ ਸਕਦੇ ਸੀ, ਜਿਹੜਾ ਆਪਾਂ ਇਹਦੇ 'ਚ ਤੁਹਾਨੂੰ ਰੱਖਿਆ ਜਾਂ UPSC ਨੇ 2018 ਦੇ ਵਿੱਚ ਪੁੱਟ ਕੀਤਾ ਸੀ। ਚਲੋ ਹੁਣ ਇਸ ਤੋਂ ਬਿਨਾਂ ਬੱਚੇ ਆਪਾਂ ਦੇਖਦੇ ਹਾਂ ਅਗਲਾ ਕੁਐਸਚਨ, ਦ ਹਾਈਐਸਟ ਵਲਕੈਨਿਕ ਮਾਊਂਟੇਨ ਇਨ ਦਾ ਵਰਲਡ। ਇਹਨਾਂ ਦੇ ਵਿੱਚੋਂ ਤੁਹਾਡੇ ਕੋਲ ਹੈ ਮਾਊਂਟ ਪਿਨਾਟੂਬੋ, ਮਾਊਂਟ ਕਿਲੀਮੰਜਾਰੋ, ਮਾਊਂਟ ਟਾਲ, ਮਾਊਂਟ ਕੋਟੋਪੈਕਸੀ। ਦੇਖੋ ਜਿਹੜਾ ਮਾਊਂਟ ਟਾਲ ਸੀਗਾ ਇਹ ਵੀ ਪਹਿਲਾਂ ਨਿਊਜ਼ ਦੇ ਵਿੱਚ ਰਿਹਾ ਸੀਗਾ, ਬਟ ਉਹ 20 ਦੀ ਗੱਲ ਆ ਬੱਚੇ। ਤਾਂ ਉਦੋਂ ਇਹ ਵਾਲਾ ਮਾਊਂਟੇਨ ਸੀਗਾ ਜਿਹੜਾ ਇਹਦੇ 'ਚ ਆਪਣਾ ਮਾਊਂਟੇਨ ਹੀ ਆਉਂਦਾ, ਸੌਰੀ, ਜਿਹੜਾ ਇਹ ਵਾਲਾ ਸੀਗਾ ਵਲਕੈਨੋ, ਇਹ ਵੀ ਇਰਪਟ ਕੀਤਾ ਸੀਗਾ, ਮਾਊਂਟ ਕੋਟੋਪੈਕਸੀ। ਤਾਂ ਇਹ ਤੁਹਾਡੇ ਕੋਲ 4 ਆਪਸ਼ਨਾਂ ਨੇ, ਇਹਨਾਂ ਦੇ ਵਿੱਚੋਂ ਤੁਸੀਂ ਇਹਦਾ ਕਰੈਕਟ ਆਨਸਰ ਆ ਜਿਹੜਾ ਉਹ ਦੇਣਾ। ਇਸ ਤੋਂ ਬਾਅਦ ਮਾਊਂਟ ਇਟਨਾ, ਕੀ ਆ ਇਹ? ਮਾਊਂਟੇਨ ਆ, ਹਿੱਲ ਆ, ਵਲਕੈਨੋ ਆ, ਜਾਂ ਫਿਰ ਪਲੈਟਿਓ ਆ। ਇਹਨਾਂ ਦੇ ਵਿੱਚੋਂ ਵੀ ਤੁਸੀਂ ਕਰੈਕਟ ਆਨਸਰ ਦੇ ਜਾਣਾ। ਤਾਂ ਬੱਚੇ ਇਹ ਦੇਖੋ, ਇਹ 4 ਸੀਗੇ ਤੁਹਾਡੇ ਲਈ MCQ। ਹੁਣ ਆਪਾਂ ਇਹਨਾਂ ਦੇ ਆਨਸਰ ਨੇ ਜਿਹੜੇ ਉਹ ਤੁਹਾਨੂੰ ਐਂਡ 'ਤੇ ਪ੍ਰੋਵਾਈਡ ਕਰਵਾਵਾਂਗੇ, ਔਰ ਬਾਕੀ ਇਹਨਾਂ ਦੀ ਥੋੜ੍ਹੀ ਐਕਸਪਲੇਨੇਸ਼ਨ ਆ ਜਿਹੜੀ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਜਾਂ ਫਿਰ ਆਪਣੇ ਟੈਲੀਗ੍ਰਾਮ ਦੇ ਉੱਤੇ ਪ੍ਰੋਵਾਈਡ ਕਰਵਾ ਦਾਂਗੇ। ਜਿਹੜੇ ਬੱਚੇ ਟੈਲੀਗ੍ਰਾਮ ਦੇ ਉੱਪਰ ਨਹੀਂ ਜੁਆਇਨ ਕੀਤਾ ਹੋਇਆ, ਉਹਦਾ ਲਿੰਕ ਤੁਹਾਨੂੰ ਹਰ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰਵਾਇਆ ਗਿਆ, ਤੁਸੀਂ ਉੱਥੋਂ ਬੱਚੇ ਜੁਆਇਨ ਕਰ ਸਕਦੇ ਹੋ। ਉੱਥੇ ਆਪਾਂ
ਕਰੰਟ ਦੇ ਜਾਂ ਫਿਰ ਹੋਰ MCQ ਇੰਪੋਰਟੈਂਟ ਜਿਹੜੇ ਕਰੰਟ ਦੇ ਹੁੰਦੇ ਆ ਉਹ ਆਪਾਂ ਉੱਥੇ ਸ਼ੇਅਰ ਕਰਦੇ ਹਾਂ। ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣਾ ਟੌਪਿਕ। ਦੇਖੋ ਬੱਚੇ, ਮੈਂ ਤੁਹਾਨੂੰ ਬਿਲਕੁਲ ਜ਼ੀਰੋ ਤੋਂ ਸਮਝਾਊਂਗਾ ਔਰ ਆਸਾਨ ਭਾਸ਼ਾ ਦੇ ਵਿੱਚ ਸਮਝਾਊਂਗਾ। ਵਲਕੈਨੋ, ਦੇਖੋ ਵਲਕੈਨੋ ਹੁੰਦਾ ਕੀ ਆ, ਪੰਜਾਬੀ 'ਚ ਇਹਨੂੰ ਆਪਾਂ ਕਹਿ ਦਿੰਦੇ ਹਾਂ ਜਵਾਲਾਮੁਖੀ। ਤਾਂ ਜਿਹੜੇ ਬੱਚੇ ਬਿਲਕੁਲ ਨਵੇਂ ਆ ਬੱਚੇ, ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਮੈਂ ਸਮਝਾਊਂਗਾ। ਕਈ ਵਾਰ ਕੀ ਹੁੰਦਾ, ਕਿਸੇ ਨੇ ਜੀਓਗ੍ਰਾਫੀ ਨੂੰ ਬਹੁਤ ਘੱਟ ਤਰਜੀਹ ਦਿੱਤੀ ਹੁੰਦੀ ਆ, ਕਿਉਂਕਿ ਅਕਸਰ ਪੋਲਿਟੀ ਇਕੋਨਮੀ ਨੂੰ ਆਪਾਂ ਜ਼ਿਆਦਾ, ਜਾਂ ਇਨਵਾਇਰਨਮੈਂਟ ਸਾਇੰਸ ਟੈਕ ਨੂੰ ਪੜ੍ਹ ਲੈਂਦੇ ਹਾਂ, ਜੀਓਗ੍ਰਾਫੀ ਨੂੰ ਆਪਾਂ ਬਹੁਤ ਘੱਟ ਛੇੜਦੇ ਹਾਂ। ਦੇਖੋ ਵਲਕੈਨੋ ਮਤਲਬ ਕੀ ਹੁੰਦਾ, ਜਵਾਲਾਮੁਖੀ। ਹੁਣ ਕੀ ਹੁੰਦਾ, ਜਿਵੇਂ ਕਿ ਦੇਖੋ ਆਹ ਧਰਤੀ ਆ, ਠੀਕ ਆ, ਅਤੇ ਆਹ ਆਪਾਂ ਉਰੇ ਖੜ੍ਹੇ ਆ, ਆਹ ਉੱਤੇ ਆਪਣੀ ਲਿਥੋਸਪੀਅਰ ਆ, ਇਹਦੇ ਥੱਲੇ ਨੀਚੇ ਆ ਅਸਥੀਨੋਸਪੀਅਰ, ਅਤੇ ਇੱਥੇ ਵਾਲੀ ਆ ਫਿਰ ਇੱਥੇ ਤੁਰਿਆ ਫਿਰਦਾ ਮੈਗਮਾ। ਮੈਗਮਾ ਕਿਉਂ ਆ, ਕਿਉਂਕਿ ਇੱਥੇ ਬਹੁਤ ਜ਼ਿਆਦਾ ਗਰਮੀ ਹੁੰਦੀ ਆ। ਗਰਮੀ ਦੇ ਨਾਲ ਜਿਹੜੀ ਵੀ ਚੀਜ਼ ਇੱਥੇ ਹੁੰਦੀ ਹੈ, ਜਿਵੇਂ ਕਿ ਮੰਨ ਲਓ ਵੱਡੇ ਵੱਡੇ ਪੱਥਰ ਸੀਗੇ ਜਾਂ ਕੋਈ ਲੱਕੜ ਆ, ਦਰਖਤ ਆ, ਤਾਂ ਇੱਥੇ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਆ, ਅਤੇ ਇਹ ਕਲੋਜ਼ ਸਿਸਟਮ ਆ। ਕਲੋਜ਼ ਸਿਸਟਮ ਦੇ ਵਿੱਚ ਹੁਣ ਆਹ ਵਾਲੀ ਚੀਜ਼ ਹੈ, ਨਿਕਲ ਤਾਂ ਕਿਤੋਂ ਰਹੀ ਨਹੀਂ, ਇੱਥੋਂ ਗਰਮੀ ਲਗਾਤਾਰ ਹੋ ਰਹੀ ਹੈ, ਤਾਂ ਇਹ ਐਵੇਂ ਕਰਕੇ ਮੂਵ ਕਰਦਾ ਰਹਿੰਦਾ, ਮੈਲਟ ਹੋ ਕੇ ਮੂਵ ਕਰੀ ਜਾਂਦਾ, ਮੂਵ ਕਰੀ ਜਾਂਦਾ। ਦੈਨ ਇਹ ਕੀ ਬਣ ਜਾਂਦਾ, ਮੈਗਮਾ। ਹੁਣ ਇਹ ਮੈਗਮਾ ਰੋਟੇਟ ਕਰਦਾ। ਆਹ ਆਪਣੀ ਧਰਤੀ ਦੀ ਉੱਪਰਲੀ ਸਤ੍ਹਾ ਆ ਗਈ, ਆਹ ਫਿਰ ਇਹਦੋਂ ਬਾਅਦ ਅਸਥੀਨੋਸਪੀਅਰ ਆ, ਇੱਥੇ ਇਹਨਾਂ ਦੇ ਆਪਣੇ ਪਲੇਟਸ ਹੁੰਦੀਆਂ ਨੇ। ਹੁਣ ਆਹ ਜਿਹੜੀਆਂ ਪਲੇਟਸ ਬਣੀਆਂ ਹੁੰਦੀਆਂ ਨੇ, ਠੀਕ ਆ, ਤੁਸੀਂ ਮੈਂ ਹਿਮਾਲਿਆ ਵਲਕੈਨ ਪੜ੍ਹਾਇਆ ਸੀਗਾ ਤੁਹਾਨੂੰ, ਹਿਮਾਲਿਆ ਮਾਊਂਟੇਨ, ਮੈਂ ਉਹਦੇ 'ਚ ਤੁਹਾਨੂੰ ਕਰਾਇਆ ਸੀ ਪਲੇਟਾਂ ਦੇ ਬਾਰੇ, ਕਿਵੇਂ ਪਲੇਟਾਂ ਦੇ ਵਿੱਚ ਕੀ ਹੁੰਦਾ, ਪਲੇਟਾਂ ਦੂਰ ਜਾਂਦੀਆਂ, ਡਾਇਵਰਜੈਂਟ ਹੁੰਦਾ, ਜਾਂ ਪਲੇਟ ਟੈਕਟੋਨਿਕ ਈਵੈਂਟ ਕੀ ਸੀਗਾ, ਸਿਸਟਮ ਪੂਰਾ ਮੈਂ ਤੁਹਾਨੂੰ ਕਰਵਾਇਆ ਵਾ। ਜਦੋਂ ਦੇਖੋ ਆਹ ਪਲੇਟ ਇੱਕ ਦੂਜੇ ਤੋਂ ਮਾੜੀ ਮੋਟੀ ਦੂਰ ਹੁੰਦੀ ਆ, ਉਦੋਂ ਇੱਥੋਂ ਦੀ ਮੌਕਾ ਦੇਖ ਕੇ ਬਾਹਰ ਆ ਜਾਂਦਾ, ਤਾਂ ਜਾਂ ਫਿਰ ਕਿੱਥੋਂ ਕਿਤੇ ਪੰਜੋਂ ਪਲੇਟ ਇੱਕ ਦੂਜੇ ਦੇ ਨੀਚੇ ਆ ਜਾਂਦੀ ਆ, ਉੱਥੋਂ ਵੀ ਕਈ ਵਾਰ ਬਾਹਰ ਨਿਕਲਿਆ ਹੁੰਦਾ ਜਾਂ ਦੂਰ ਜਾਂਦੀਆਂ ਨੇ। ਤਾਂ ਇਹ ਸਾਰੀਆਂ ਐਕਟੀਵਿਟੀ ਨੇ ਜਿਨ੍ਹਾਂ ਦੇ ਉੱਤੋਂ ਵਲਕੈਨੋ ਆ ਜਿਹੜਾ ਉਹ ਬਾਹਰ ਆ ਜਾਂਦਾ। ਵਲਕੈਨੋ ਜਵਾਲਾਮੁਖੀ ਹੁੰਦਾ, ਤਾਂ ਇੱਕ ਵੈਂਟ ਜਾਂ ਪਾਈਪ ਬਣ ਜਾਂਦੀ ਆ, ਜਿਹਦੇ ਵਿੱਚੋਂ એનર્ਜੀ ਪ੍ਰੈਸ਼ਰ ਕਮ ਥਰੂ, ਮਤਲਬ ਕਿ ਸਾਰੀਆਂ ਚੀਜ਼ਾਂ ਅਰਥ ਦੇ ਵਿੱਚੋਂ ਬਾਹਰ ਨਿਕਲਿਆ ਹੁੰਦੀਆਂ ਨੇ, ਉਹਨੂੰ ਅਸੀਂ ਕਹਿੰਦੇ ਹਾਂ ਮੈਗਮਾ। ਕਲੀਅਰ ਆ। ਤਾਂ ਧਰਤੀ ਦੇ ਵਿੱਚੋਂ ਜਿਹੜਾ ਉਹਦਾ ਮਤਲਬ ਮੈਲਟ ਹੋਈਆਂ ਵੀਆਂ ਚੀਜ਼ਾਂ ਬਾਹਰ ਨਿਕਲਦੀਆਂ ਨੇ, ਉਹਨੂੰ ਅਸੀਂ ਕਹਿੰਦੇ ਹਾਂ ਮੈਗਮਾ। ਦੇਖੋ ਜਦੋਂ ਇਹ ਮੈਗਮਾ ਪੂਰਾ ਪ੍ਰੋਸੈਸ ਹੁੰਦਾ, ਪਹਿਲਾਂ ਇੱਥੇ ਮੈਗਮਾ ਬਣਿਆ, ਫਿਰ ਇਹ ਪਲੇਟਾਂ ਦੇ ਵਿੱਚੋਂ ਦੀ ਗੁਜ਼ਰ ਕੇ ਪਾਈਪ ਦੇ ਵਿੱਚ ਦੀ ਇਹ ਬਾਹਰ ਆ ਗਿਆ, ਠੀਕ ਆ, ਬਾਹਰੀ ਸਤ੍ਹਾ 'ਤੇ ਆ ਗਿਆ। ਦੇਖੋ ਆਹ ਤਾਂ ਉਰੋਂ ਜਿਹੜਾ ਇੱਥੋਂ ਦੀ ਨਿਕਲੂਗਾ, ਇਹਨੂੰ ਤਾਂ ਅਸੀਂ ਕਹਿੰਦੇ ਹਾਂ ਜਵਾਲਾਮੁਖੀ ਫਟ ਗਿਆ, ਮਤਲਬ ਵਲਕੈਨੋ। ਅਤੇ ਜਿਹੜਾ ਆਹ ਪੂਰਾ ਹੋਲ ਪ੍ਰੋਸੈਸ ਆ, ਇਹ ਸਾਰੇ ਪ੍ਰੋਸੈਸ ਨੂੰ ਅਸੀਂ ਕਾਹਦੇ ਨਾਮ ਨਾਲ ਜਾਣਦੇ ਹਾਂ, ਪ੍ਰੋਸੈਸ ਨੂੰ ਕਿਹਾ ਜਾਂਦਾ ਵਲਕੈਨਿਜ਼ਮ, ਜਾਣੀ ਕਿ ਜਵਾਲਾਮੁਖੀ ਕਿਰਿਆ। ਹੁਣ ਦੇਖੋ ਜਿਹੜੇ ਬੱਚੇ ਬਿਲਕੁਲ ਨਵੇਂ, ਉਹਨਾਂ ਨੂੰ ਵੀ ਇਹ ਕਲੀਅਰ ਹੋ ਗਿਆ, ਠੀਕ ਆ, ਕੀ ਹੁੰਦਾ। ਹੁਣ ਦੇਖੋ ਬੱਚੇ, ਇਹ ਪ੍ਰੋਸੈਸ ਦੇ ਵਿੱਚ ਕੀ ਹੁੰਦਾ, ਪਹਿਲਾਂ ਇਹਦੇ 'ਚ ਤਾਂ ਨਾਲੇ ਤਾਂ ਬਣਦਾ ਮੈਗਮਾ, ਪਹਿਲਾਂ ਕੀ ਹੁੰਦਾ ਇਹਦੇ 'ਚ ਬਣਦਾ ਮੈਗਮਾ ਬਣਦਾ, ਅਤੇ ਦੂਸਰੇ ਨੰਬਰ 'ਤੇ ਫਿਰ ਇਹ ਤੋਂ ਬਾਅਦ ਬਣ ਕੇ ਕੀ ਹੋ ਜਾਂਦਾ ਉਹਦਾ ਇਰਪਸ਼ਨ, ਜਾਣੀ ਕਿ ਉਹ ਫਟ ਕੇ ਬਾਹਰ ਆ ਜਾਂਦਾ। ਤਾਂ ਹੁਣ ਦੇਖੋ ਜਿਹੜਾ ਮੈਗਮਾ ਦਾ ਨਿਰਮਾਣ ਕਿਵੇਂ ਹੁੰਦਾ, ਨੀਚੇ ਦੇ ਜੀਓਥਰਮਲ એનર્ਜੀ ਹੁੰਦੀ ਹੈ, ਟੈਂਪਰੇਚਰ ਬਹੁਤ ਜ਼ਿਆਦਾ ਵਧੀ ਜਾਂਦਾ, ਅਤੇ ਜਿੰਨੀਆਂ ਰੌਕ ਰੂਕ ਹੁੰਦੀਆਂ ਨੇ, ਸਾਰਾ ਜੋ ਵੀ ਮਤਲਬ ਕਿ ਕੰਟੈਂਟ ਨੀਚੇ ਪਿਆ ਹੁੰਦਾ, ਸਾਰਾ ਬ੍ਰੇਕਡਾਊਨ ਹੋ ਕੇ ਮੈਲਟ ਹੋ ਜਾਂਦਾ। ਦੈਨ ਮੈਲਟ ਹੋ ਕੇ ਉਹਦਾ ਕੀ ਬਣ ਜਾਂਦਾ, ਫਿਰ ਮੈਗਮਾ ਬਣ ਜਾਂਦਾ। ਇਹਦਾ ਕਲੀਅਰ ਆ ਤੁਹਾਨੂੰ। ਹੁਣ ਦੇਖੋ ਬੱਚੇ, ਇਹ ਤੋਂ ਬਾਅਦ ਕੁਝ ਕੁ ਫੈਕਟ ਇਹਦੇ ਬਾਰੇ ਆਪਾਂ ਹੋਰ ਦੇਖੀਏ। ਇਹਦੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਕੌਜ਼ ਕੀ ਹੁੰਦੇ ਆ, ਵਲਕੈਨੋ ਆਉਣ ਦੇ ਕੌਜ਼ ਕੀ ਹੁੰਦੇ ਆ, ਕਿਉਂਕਿ ਤੁਹਾਨੂੰ ਸਟੇਟਮੈਂਟ ਕਿੱਧਰੋਂ ਵੀ ਬਣ ਸਕਦੀ ਆ। ਪਹਿਲਾ ਬੱਚੇ ਦੇਖੋ, ਮੈਂ ਤੁਹਾਨੂੰ ਬੋਲ ਕੇ ਸਮਝਾ ਦੂੰਗਾ ਤਾਂ ਤੁਹਾਨੂੰ ਇਹੀ ਸਮਝ ਆ ਜਾਣਗੇ, ਮੈਂ ਹਿੰਟ ਤੁਹਾਨੂੰ ਥੋੜ੍ਹੇ ਲਿਖੂੰਗਾ। ਪਲੇਟ ਟੈਕਟੋਨਿਕ ਈਵੈਂਟ, ਜਦੋਂ ਪਲੇਟਾਂ ਮੂਵ ਕਰਦੀਆਂ ਨੇ ਤਾਂ ਮੈਗਮਾ ਬਾਹਰ ਆ ਜਾਂਦਾ, ਜਿੱਥੇ ਉਹਨਾਂ ਦਾ ਜੁਆਇੰਟ ਪਾਰਟ ਹੁੰਦਾ, ਜਾਂ ਪਲੇਟਾਂ ਜੁੜਦੀਆਂ ਨੇ ਜਾਂ ਫਿਰ ਇੱਕ ਦੂਜੇ ਤੋਂ ਦੂਰ ਹੋ ਜਾਂਦੀਆਂ ਨੇ, ਯਾਨੀ ਕਿ ਪਲੇਟਾਂ ਦੇ ਅਕੋਰਡਿੰਗਲੀ ਹੋ ਰਿਹਾ ਕੰਮ, ਜਿਹੜਾ ਮੈਂ ਤੁਹਾਨੂੰ ਹੁਣੇ ਪਿਛਲੀ ਸਲਾਈਡ ਦੇ ਵਿੱਚ ਸਮਝਾ ਕੇ ਹਟਿਆ। ਤਾਂ ਪਲੇਟ ਟੈਕਟੋਨਿਕ ਈਵੈਂਟ ਦੇ ਨਾਲ ਕੀ ਹੁੰਦਾ, ਪਲੇਟਾਂ ਮੂਵ ਕਰ ਗਈਆਂ, ਪਲੇਟ ਇੱਧਰ ਨੂੰ ਹੋਈ, ਤਾਂ ਵੀ ਜਿਵੇਂ ਕਿ ਸਪੋਜ਼ ਕਰੋ ਵੀ ਇੱਕ ਆਹ ਵਾਲੀ ਪਲੇਟ ਆ, A ਪਲੇਟ ਆ, ਇੱਧਰੋਂ ਆਹ B ਪਲੇਟ ਆ। ਹੁਣ ਜੇ ਤਾਂ ਥੋੜ੍ਹਾ ਜਿਹਾ ਵੀ ਦੂਰ ਹੋ ਗਈਆਂ ਆਸੇ ਪਾਸੇ ਨੂੰ, ਤਾਂ ਇੱਥੋਂ ਦੀ ਨਿਕਲਿਆ ਹੋਊਗਾ ਬਾਹਰੇ, ਠੀਕ ਆ। ਜੇ ਇੱਧਰੋਂ A ਪਲੇਟ ਆ, ਇੱਧਰੋਂ B ਪਲੇਟ ਆ, ਇੱਕ ਇਹਨਾਂ 'ਚੋਂ ਹੈਵੀ ਆ, ਆਹ ਵਾਲੀ ਸਲੋਪ ਹੌਲੀ ਪਲੇਟ ਆ, ਆਹ ਵਾਲੀ ਹੈਵੀ ਆ, ਤਾਂ ਦੈਨ ਆਹ ਵਾਲੀ ਇਹਦੇ ਨੀਚੇ ਦਬ ਗਈ, ਜਾਂ ਫਿਰ ਉੱਪਰ ਦੀ ਐ ਹੋ ਗਈ, ਤਾਂ ਇੱਥੋਂ ਦੀ ਵੀ ਇਹ ਬਾਹਰ ਨਿਕਲ ਜਾਂਦਾ। ਤਾਂ ਇਹ ਪ੍ਰੋਸੈਸ ਹੁੰਦੇ ਆ ਪਲੇਟ ਟੈਕਟੋਨਿਕ ਈਵੈਂਟ ਦੇ ਵਿੱਚ, ਠੀਕ ਆ। ਪਲੇਟਾਂ ਹੁੰਦੀਆਂ ਕਿੱਥੇ ਨੇ, ਲਿਥੋਸਪੀਅਰ ਔਰ ਐਸਥੀਨੋਸਪੀਅਰ ਦੇ ਵਿਚਕਾਰ, ਜਾਣੀ ਕਿ ਬਿਟਵੀਨ ਹੁੰਦੀਆਂ ਨੇ। ਕਿਤੇ ਲਿਥੋਸਪੀਅਰ ਹੁੰਦੀ ਆ ਜਿਹੜੀ ਉੱਪਰਲੀ ਆਪਾਂ ਜਿਵੇਂ ਰਹਿੰਦੇ ਹਾਂ ਧਰਤੀ 'ਤੇ, ਔਰ ਇੱਦੋਂ ਨੀਚੇ ਹੁੰਦੀ ਆ ਐਸਥੀਨੋਸਪੀਅਰ ਅਤੇ ਲਿਥੋਸਪੀਅਰ ਦੇ ਵਿਚਾਲੇ ਕੀ ਹੁੰਦੀਆਂ ਨੇ, ਪਲੇਟਸ ਹੁੰਦੀਆਂ ਨੇ। ਬੱਚੇ ਕਲੀਅਰ ਆ। ਚਲੋ ਇਸ ਤੋਂ ਬਾਅਦ ਭੂਚਾਲ, ਜਿਹਨੂੰ ਆਪਾਂ ਕਹਿੰਦੇ ਹਾਂ ਅਰਥਕੁਇਕ। ਤਾਂ ਅਰਥਕੁਇਕ ਦਾ ਸਿੱਧਾ ਸੰਬੰਧ ਕਿਹਦੇ ਨਾਲ ਹੁੰਦਾ, ਜਵਾਲਾਮੁਖੀ ਨਾਲ ਹੁੰਦਾ। ਕਿਉਂਕਿ ਜਿਵੇਂ ਮੰਨ ਲਓ ਇੱਥੇ ਲਿਖ ਲਿਆ ਆਪਾਂ ਜਵਾਲਾਮੁਖੀ, ਇੱਥੇ ਜਵਾਲਾਮੁਖੀ, ਇੱਥੇ ਲਿਖ ਲਿਆ ਭੂਚਾਲ, ਠੀਕ ਆ। ਜਦੋਂ ਤਾਂ ਜਵਾਲਾਮੁਖੀ ਫਟੂਗਾ ਉਦੋਂ ਭੂਚਾਲ ਪਰਮਾਨੈਂਟਲੀ ਆਊਗਾ। ਜਦੋਂ ਜਵਾਲਾਮੁਖੀ ਫਟੂ ਭੂਚਾਲ ਨਾਲ ਪੱਕਾ ਹੀ ਆਊਗਾ, ਪਰ ਜਦੋਂ ਭੂਚਾਲ ਆਊਗਾ ਉਦੋਂ ਜਵਾਲਾਮੁਖੀ ਆਵੇ, ਇਹਦੇ 50-50 ਚਾਂਸ ਹੁੰਦੇ ਆ। ਮਤਲਬ ਇਹ ਨਹੀਂ ਜੇ ਭੂਚਾਲ ਹਾਈ ਡੈਂਸਿਟੀ ਦਾ, ਦੈਨ ਜਵਾਲਾਮੁਖੀ ਆ ਵੀ ਸਕਦਾ, ਫਟ ਵੀ ਸਕਦਾ, ਪਰ ਜਵਾਲਾਮੁਖੀ ਛੋਟਾ ਹੋਵੇ ਵੱਡਾ ਹੋਵੇ, ਉਹਦੇ ਨਾਲ ਭੂਚਾਲ ਦਾ ਆਉਣਾ ਤੈਅ ਆ। ਤਾਂ ਇਹ ਇੱਕ ਅਟਲ ਫੈਕਟ ਆ। ਕਲੀਅਰ ਆ।
ਜੇ ਹਾਈ ਇੰਟੈਂਸਿਟੀ ਦਾ ਹੋਵੇ ਬੱਚੇ ਅਰਥਕੁਇਕ ਤਾਂ ਫਿਰ ਉਹਦੇ ਨਾਲ ਲਿਥੋਸਫੀਅਰ ਦੇ ਵਿੱਚ ਕਰੈਕਸ ਆ ਜਾਂਦੀਆਂ ਨੇ, ਤਾਂ ਫਿਰ ਉੱਤੋਂ ਦੀ ਮੈਗਮਾ ਬਾਹਰ ਨਿਕਲ ਆਉਂਦਾ। ਤਾਂ ਇਹ ਅਰਥਕੁਇਕ ਦੇ ਨਾਲ ਜਿਹੜਾ ਜੁੜਦਾ ਫੈਕਟ ਆ ਉਹ ਵੀ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਚਲੋ ਇਸ ਤੋਂ ਬਾਅਦ ਦੇਖੋ ਬੱਚੇ, ਹੁਣ ਇਸ ਤੋਂ ਬਾਅਦ ਇਹ ਸਾਊਂਡ ਜਨਰੇਟ। ਹੁਣ ਤੁਹਾਨੂੰ ਪਤਾ ਵੀ ਸਾਊਂਡ ਨੂੰ ਆਪਾਂ ਕਾਹਦੇ 'ਚ ਮਾਪਦੇ ਹੁੰਦੇ ਆ, ਛੋਟੀ ਡੀ ਤੇ ਨਾਲ ਬੀ, ਜਾਣੀ ਕਿ ਇਹਦੀ ਫੁੱਲ ਫਾਰਮ ਤੁਸੀਂ ਦੱਸਿਓ। ਤਾਂ ਇਹ 190 ਡੈਸੀਬਲ ਸਾਊਂਡ ਜਨਰੇਟ ਕਰ ਦਿੰਦਾ, ਜਿਹੜਾ ਕਿ ਸਾਰਿਆਂ ਨਾਲੋਂ ਉੱਚੀ ਸਾਊਂਡ ਹੁੰਦੀ ਆ ਔਰ ਜਵਾਲਾਮੁਖੀ ਕਿਰਿਆ ਤੋਂ ਬਿਨਾਂ ਹੋਰ ਕਿਤੇ ਉਹ ਪੈਦਾ ਨਹੀਂ ਕੀਤੀ ਜਾ ਸਕਦੀ। ਤੇ ਜਿਵੇਂ ਕਿ ਚਲੋ ਹੋਰ ਹੁੰਦਾ ਆਪਣੇ ਇੱਕ, ਜਿੱਥੇ ਸਭ ਤੋਂ ਜ਼ਿਆਦਾ ਸਾਊਂਡ ਹੁੰਦੀ ਹੈ ਇਹ ਤੋਂ ਬਿਨਾਂ, ਇਹ ਤੋਂ ਘੱਟ, ਬਾਕੀਆਂ ਦੇ ਨਾਲੋਂ ਸਭ ਤੋਂ ਜ਼ਿਆਦਾ ਇੱਕ ਪਲੇਨ ਹੁੰਦਾ, ਤਾਂ ਜਿਹਦੇ ਅਕੋਰਡਿੰਗਲੀ ਉਹ ਸਾਊਂਡ ਆ ਜਿਹੜੀ ਉਹ ਕਾਫੀ ਵਾਰ ਪੁੱਛੀ ਜਾਂਦੀ ਹੈ ਬੱਚੇ। ਉਹਦਾ ਤੁਸੀਂ ਕਮੈਂਟ ਕਰਕੇ ਜਵਾਬ ਦੇਣਾ ਵੀ ਉਹ ਸਾਊਂਡ ਕਾਹਦੇ ਦੁਆਰਾ ਤੇ ਕਿੰਨੀ ਹੁੰਦੀ ਆ। ਬਟ ਇੱਥੇ ਯਾਦ ਰੱਖਣਾ ਵੀ ਸਭ ਤੋਂ ਹਾਈ ਸਾਊਂਡ ਜਨਰੇਟ 190 ਡੈਸੀਬਲ ਕੌਣ ਕਰਦਾ, ਜਦੋਂ ਜਵਾਲਾਮੁਖੀ ਫਟਦਾ ਤਾਂ ਉਹ ਹੀ ਕਰਦਾ। ਤਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ। ਹੁਣ ਦੇਖੋ ਬੱਚੇ, ਹੁਣ ਕਈ ਬੱਚੇ ਕਨਫਿਊਜ਼ ਹੋ ਜਾਂਦੇ ਆ ਵੀ ਮੈਗਮਾ ਕੀ ਆ ਔਰ ਲਾਵਾ ਕੀ ਆ। ਹੁਣ ਦੇਖੋ ਬੱਚੇ, ਵਲਕੈਨੋ ਹੁੰਦਾ ਜਦੋਂ ਇਹ ਫਟਦਾ, ਵਲਕੈਨਿਜ਼ਮ ਹੁੰਦਾ ਜਦੋਂ ਇਹ ਸਾਰਾ ਪ੍ਰੋਸੈਸ ਹੁੰਦਾ। ਤਾਂ ਹੁਣ ਜਿਹੜਾ ਮੈਗਮਾ ਧਰਤੀ ਦੇ ਥੱਲੇ ਪਿਘਲਿਆ ਹੋਇਆ ਭਾਗ ਹੁੰਦਾ, ਜਿਹੜਾ ਮਤਲਬ ਕਿ ਰੈੱਡ ਦਿਖਦਾ ਪੂਰਾ ਪ੍ਰੋਪਰ, ਉਹਨੂੰ ਕਹਿੰਦੇ ਨੇ ਮੈਗਮਾ। ਜਦੋਂ ਫਿਰ ਉਹ ਪਾਈਪ ਦੇ ਵਿੱਚੋਂ ਦੀ ਬਾਹਰ ਆ ਜਾਂਦਾ, ਬਾਹਰ ਆ ਕੇ ਉਹਦੇ ਵਿੱਚੋਂ ਗੈਸ ਆ ਜਿਹੜੀ ਉਹ ਉੱਡ ਜਾਂਦੀ ਆ, ਤੇ ਫਿਰ ਜਿਹੜਾ ਪਾਰਟ ਉਹਦਾ ਠੰਡਾ ਹੋ ਕੇ ਬਾਕੀ ਉੱਥੇ ਬਚ ਜਾਂਦਾ, ਉਹਨੂੰ ਕਿਹਾ ਜਾਂਦਾ ਲਾਵਾ। ਤਾਂ ਤੁਹਾਨੂੰ ਇਹ ਬਿਲਕੁਲ ਕਲੀਅਰ ਹੋ ਗਿਆ ਵੀ ਮੈਗਮਾ ਕੀ ਹੁੰਦਾ। ਬੱਚੇ ਮੈਗਮਾ ਤਾਂ ਹੁੰਦਾ ਜਿਹੜਾ ਕੁਝ ਵੀ ਧਰਤੀ ਦੇ ਵਿੱਚੋਂ ਬਾਹਰ ਨਿਕਲ ਰਿਹਾ ਉਹਦੇ ਚੋਂ, ਜਵਾਲਾਮੁਖੀ ਦੇ ਵਿੱਚੋਂ, ਠੀਕ ਆ, ਤਾਂ ਉਹ ਸਾਰਾ ਹੁੰਦਾ ਮੈਗਮਾ। ਜਦੋਂ ਉਹ ਬਾਹਰ ਨਿਕਲਿਆ ਹੁੰਦਾ ਉਹਦੇ ਵਿੱਚੋਂ ਜਿੰਨੀ ਗੈਸ ਹੁੰਦੀਆਂ ਨੇ ਉਹ ਗੈਸਾਂ ਸਾਰੀਆਂ ਉੱਡ ਜਾਂਦੀਆਂ ਨੇ, ਔਰ ਜਿਹੜਾ ਪਾਰਟ ਆ ਠੰਡਾ ਹੋ ਕੇ ਉੱਥੇ ਸੋਲਿਡ ਹੋ ਕੇ ਜਾਂ ਫਿਰ ਉੱਥੇ ਰਹਿ ਜਾਂਦਾ, ਉਹਨੂੰ ਕਿਹਾ ਜਾਂਦਾ ਲਾਵਾ। ਤਾਂ ਮੈਗਮਾ ਲਾਵਾ ਬਿਲਕੁਲ ਤੁਹਾਨੂੰ ਕਲੀਅਰ ਆ। ਤਾਂ ਹੁਣ ਮੈਗਮਾ ਦੇ ਵਿੱਚੋਂ ਕੀ ਬਾਹਰ ਨਿਕਲਦਾ, ਮੈਗਮਾ ਦੇ ਵਿੱਚੋਂ ਇੱਕ ਤਾਂ ਬਾਹਰ ਨਿਕਲਦੀਆਂ ਨੇ ਗੈਸਿਸ ਦੇ ਵਿੱਚੋਂ ਫਿਰ ਹੋਰ ਨੇ ਨਾਲ ਨਿਕਲਦੇ ਇਹਦੇ ਮੋਲਟਨ, ਜਾਣੀ ਕਿ ਮੈਲਟ ਹੋਈਆਂ ਵੀਆਂ ਚੀਜ਼ਾਂ, ਐਂਡ ਹੋਰ ਕੀ ਨਿਕਲਦਾ, ਫਾਇਰਬਾਲ। ਅੱਛਾ, ਤਿੰਨ ਚੀਜ਼ਾਂ ਨੇ ਜਿਹੜੀਆਂ ਮੈਗਮਾ ਦੇ ਵਿੱਚ ਬਾਹਰ ਆਉਂਦੀਆਂ ਨੇ। ਹੁਣ ਗੈਸਾਂ ਦੇ ਵਿੱਚ ਇਹ ਪੁਆਇੰਟ ਆਉਂਦਾ ਵੀ ਸਭ ਤੋਂ ਜ਼ਿਆਦਾ ਜਿਹੜਾ ਇਹਦੇ ਚੋਂ ਕੀ ਨਿਕਲਦਾ, ਇਹਦੇ ਚੋਂ ਨਿਕਲਦੇ ਨੇ ਵਾਟਰ ਵੈਪਰ। ਸਭ ਤੋਂ ਜ਼ਿਆਦਾ ਕੀ ਨਿਕਲਦੇ ਆ, ਵਾਟਰ ਵੈਪਰ ਨਿਕਲਦੇ ਆ। ਤਕਰੀਬਨ 85 ਤੋਂ 90% ਨੇ ਜਿਹੜੇ ਵਾਟਰ ਵੈਪਰ ਇਹਦੇ ਚੋਂ ਬਾਹਰ ਨਿਕਲਦੇ ਆ। ਤੇ ਦੂਸਰੇ ਨੰਬਰ 'ਤੇ ਕੀ ਨਿਕਲਦਾ ਇਹਦੇ ਚੋਂ, H2S, ਜਾਣੀ ਕਿ ਹਾਈਡਰੋ ਸਲਫਾਈਡ। ਤੀਸਰੇ ਨੰਬਰ 'ਤੇ SO2 ਐਂਡ NO2। ਤਾਂ ਇਹਨਾਂ ਦੋਨਾਂ ਤੋਂ ਮਿਲ ਕੇ ਵਿੱਚ ਐਸਿਡਿਕ ਰੇਨਫਾਲ ਹੋ ਜਾਂਦੀ ਆ। ਤਾਂ ਹੁਣ ਇਹਦੇ ਤੋਂ ਆਪਾਂ ਕੀ ਕਹਿ ਸਕਦੇ ਹਾਂ ਵੀ ਜਦੋਂ ਆਪਾਂ ਨੂੰ ਪਤਾ ਵੀ ਮੈਗਮੇ ਦੇ ਨਾਲ SO2 NO2 ਨਿਕਲਦੀਆਂ ਨੇ, ਤਾਂ ਫਿਰ ਇਹ ਦੋਨੇ ਜਦੋਂ ਮਿਲਣਗੀਆਂ ਤਾਂ ਤੇਜ਼ਾਬੀ ਵਰਖਾ ਤਾਂ ਇਹ ਕਰਾਉਣਗੀਆਂ। ਤਾਂ ਹੁਣ ਇਹ ਗੱਲ ਵੀ ਫੈਕਟ ਕਲੀਅਰ ਹੋ ਗਿਆ ਵੀ ਜਿੱਥੇ ਜਵਾਲਾਮੁਖੀ ਹੋਊਗਾ ਉੱਥੇ ਤਕਰੀਬਨ ਤੇਜ਼ਾਬੀ ਵਰਖਾ ਹੋਣ ਦੇ 95% ਚਾਂਸ, 90% ਜਾਣੀ ਕਿ 95 ਤੋਂ ਉੱਪਰ ਹੀ ਕਹਿ ਸਕਦੇ ਹੋ ਤੁਸੀਂ। ਤਾਂ ਇਹ 100% ਨਹੀਂ ਹੁੰਦਾ, ਕਈ ਵਾਰ ਬੱਚੇ ਨਹੀਂ ਵੀ ਹੁੰਦਾ, ਬਟ ਉਹ ਤਕਰੀਬਨ ਹੁੰਦਾ ਵੀ ਹੁੰਦੀ ਹੋਈ ਹੁੰਦੀ ਆ, ਤੇਜ਼ਾਬੀ ਵਰਖਾ ਹੋ ਹੀ ਜਾਂਦੀ ਆ। ਤਾਂ ਹੁਣ ਆ ਤੁਹਾਨੂੰ ਮੋਲਟਨ ਤਰਲ ਪਦਾਰਥ ਤਾਂ ਮਿਲਦੇ ਆ, ਮੈਲਟ ਹੋਈਆਂ ਵੀ ਹੁੰਦੀਆਂ ਮੈਟਲ ਸਾਰੀਆਂ, ਤਾਂ ਸਾਨੂੰ ਉਹ ਮੋਲਟਨ ਫਾਰਮ ਜਾਣੀ ਕਿ ਆਹ ਵਾਲੀ ਫਾਰਮ ਦੇ ਵਿੱਚ ਮਿਲ ਜਾਂਦੀਆਂ ਨੇ। ਆਹ ਦੋ ਫੈਕਟ ਤਾਂ ਤੁਹਾਨੂੰ ਬਿਲਕੁਲ ਕਲੀਅਰ ਨੇ। ਇਸ ਤੋਂ ਬਾਅਦ ਆਪਾਂ ਜਿਹੜਾ ਫਾਇਰਬਾਲ ਦੀ ਗੱਲ ਕੀਤੀ ਆ, ਇਹਦੇ 'ਚ ਕੀ ਹੁੰਦਾ, ਇਹਦੇ 'ਚ ਦੋ ਤਰੀਕਿਆਂ ਨਾਲ ਨਿਕਲਦੇ ਹੁੰਦੇ ਆ। ਇੱਕ ਤਾਂ ਹੁੰਦੇ ਆ ਸਮਾਲ ਸਾਈਜ਼ ਦੇ, ਫਾਇਰਬਾਲ ਇੱਕ ਸਮਾਲ ਸਾਈਜ਼ ਦੇ ਹੁੰਦੇ ਆ। ਜੇ ਇੱਕ ਸਮਾਲ ਦੇ ਨੇ ਤਾਂ ਦੂਸਰੇ ਕਿਹੜੇ ਹੋਣਗੇ, ਬਿਗ। ਜਿਹੜੇ ਸਮਾਲ ਸਾਈਜ਼ ਦੇ ਆ ਇਹਨਾਂ ਨੂੰ ਕਿਹਾ ਜਾਂਦਾ ਬੱਚੇ ਲੈਪਲੀ, ਔਰ ਜਿਹੜੇ ਬਿਗ ਹੁੰਦੇ ਆ ਇਹਨਾਂ ਨੂੰ ਕਿਹਾ ਜਾਂਦਾ ਵਲਕੈਨਿਕ ਬੰਬ। ਚਲੋ ਹੁਣ ਤੁਹਾਨੂੰ ਆ ਵੀ ਕਲੀਅਰ ਹੋ ਗਿਆ ਵਲਕੈਨਿਕ ਬੰਬ ਕੀ ਹੁੰਦੇ ਆ। ਤਾਂ ਤੁਸੀਂ ਕਹਿਣਾ ਵੀ ਜਦੋਂ ਜਵਾਲਾਮੁਖੀ ਫਟਦਾ ਤਾਂ ਉਹਦੇ 'ਚੋਂ ਜਿਹੜਾ ਮੈਗਮਾ ਹੁੰਦਾ, ਮੈਗਮਾ ਦੇ ਵਿੱਚੋਂ ਫਾਇਰਬਾਲ ਨਿਕਲਦੇ ਆ। ਜੇ ਤਾਂ ਉਹ ਛੋਟੇ ਸਾਈਜ਼ ਦੇ ਨੇ ਤਾਂ ਲੈਪਲੀ ਬੰਬ ਨਿਕਲਦੇ ਨੇ, ਅਤੇ ਜੇ ਬਿਗ ਨੇ ਤਾਂ ਫਿਰ ਉਹਦੇ 'ਚੋਂ ਵਲਕੈਨਿਕ ਬੰਬ ਹੁੰਦੇ ਆ। ਆਹ ਚੀਜ਼ ਤਾਂ ਤੁਹਾਨੂੰ ਕਲੀਅਰ ਹੋ ਗਈ। ਚਲੋ ਹੁਣ ਲਾਵਾ ਬੱਚੇ ਕੀ ਹੁੰਦਾ, ਮੈਗਮਾ ਦੇ ਵਿੱਚੋਂ ਜਿੰਨੀ ਗੈਸ ਹੁੰਦੀ ਆ ਉੱਡ ਜਾਂਦੀ ਆ, ਅਤੇ ਜਿਹੜਾ ਉੱਥੇ ਠੰਡਾ ਹੋ ਕੇ ਰਹਿ ਜਾਂਦਾ ਉਹਨੂੰ ਅਸੀਂ ਕਹਿੰਦੇ ਹਾਂ ਲਾਵਾ। ਆਹ ਚੀਜ਼ ਤਾਂ ਸੀਗੀ ਇਹਦੇ ਬਾਰੇ। ਇਸ ਤੋਂ ਬਾਅਦ ਬੱਚੇ ਦੇਖੋ ਇਹਦੇ 'ਚ ਸਟਰਕਚਰ ਇਹਦੀ ਕੀ ਹੁੰਦੀ ਆ, ਅੰਦਰੂਨੀ ਤੌਰ 'ਤੇ ਕੀ ਹੁੰਦੀ ਆ, ਤਾਂ ਉਹ ਸਾਰੀਆਂ ਚੀਜ਼ਾਂ ਦੇ ਬਾਰੇ ਤੁਹਾਨੂੰ ਪੜ੍ਹਨ ਦੇ ਬਾਰੇ ਕੋਈ ਫਾਇਦਾ ਨਹੀਂ ਹੈਗਾ ਵੀ ਜਿਵੇਂ ਕਿ ਉਹਦੀ ਸ਼ੇਪ ਕਿਵੇਂ ਬਣਦੀ ਆ, ਸੈੱਲ ਕਿਵੇਂ ਬਣਦਾ ਉਹਦਾ, ਠੀਕ ਆ, ਲੈਪੋਲਿਥ ਕਿਵੇਂ ਬਣਦਾ, ਲੈਕੋਲਿਥ ਕਿਵੇਂ ਬਣਦਾ, ਸਟੋਕ ਕੀ ਹੁੰਦਾ, ਬਾਥੋਲਿਥ ਕੀ ਹੁੰਦਾ, ਉਹ ਜਿਹੜੀਆਂ ਸ਼ੇਪਸ ਨੇ ਅੰਦਰੂਨੀ ਤੌਰ 'ਤੇ ਜਾਂ ਫਿਰ ਬਾਹਰੀ ਤੌਰ 'ਤੇ, ਉਹਨਾਂ ਦੇ ਬਾਰੇ ਆਪਾਂ ਨੂੰ ਪੜ੍ਹਨ ਦਾ ਕੋਈ ਫਾਇਦਾ ਨਹੀਂ। ਇਹ ਨਾ ਕਿਉਂ ਬੱਚੇ ਕਿ ਸਾਨੂੰ ਉਹ ਚੀਜ਼ ਕਰਵਾਈ ਨਹੀਂ, ਕਿਉਂਕਿ ਉਹਦੇ 'ਚੋਂ ਕਰੰਟ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ, ਅਤੇ ਨਾ ਹੀ ਉਹਦਾ ਆਪਾਂ ਨੂੰ ਕੋਈ ਇੱਥੇ ਪੜ੍ਹਨ ਦਾ ਫਾਇਦਾ ਗਾ। ਇਸ ਤੋਂ ਬਾਅਦ ਆਪਾਂ ਦੇਖਾਂਗੇ ਟਾਈਪਸ ਆਫ ਵਲਕੈਨੋ, ਫਿਰ ਇਹਨੂੰ ਆਪਾਂ ਜੋੜਾਂਗੇ ਕਰੰਟ ਦੇ ਨਾਲ, ਕਿਉਂਕਿ ਫਿਰ ਤੁਹਾਨੂੰ ਕਲੀਅਰ ਹੋਊਗਾ ਨਾ। ਜੇ ਹੁਣ ਤੁਹਾਨੂੰ ਇੰਨੀ ਪਤਾ ਵੀ ਇਹਦੀਆਂ ਟਾਈਪਸ ਕੀ ਹੁੰਦੀਆਂ ਨੇ, ਮੈਂ ਉੱਥੇ ਕਹੀ ਜਾਂ ਮੈਂ ਐਕਟਿਵ, ਤੁਸੀਂ ਕਹੋਗੇ ਵੀ ਇਹ ਸਰ ਕੀ ਹੁੰਦਾ ਵੀ ਸਾਨੂੰ ਤਾਂ ਪਤਾ ਨਹੀਂ। ਇਸ ਤੋਂ ਬਾਅਦ ਮੈਂ ਸਾਰਾ ਸਮਝਾ ਕੇ ਤੁਹਾਨੂੰ ਫਿਰ ਐਕਟਿਵ ਦੇ ਬਾਰੇ ਦੱਸਾਂ, ਫਿਰ ਤੁਸੀਂ ਕਹੋਗੇ ਸਰ ਕੀ ਤੁਸੀਂ ਕੀਤਾ ਹੈ। ਟਾਈਪਸ ਆਫ ਵਲਕੈਨੋ ਬੱਚੇ ਦੇਖੋ ਇਹਦੇ 'ਚ ਜੇ ਟਾਈਪਸ ਦੀ ਗੱਲ ਕਰੀਏ, ਇਹਦੇ 'ਚ ਹੁੰਦੇ ਨੇ ਐਕਟੀਵਿਟੀ ਦੇ ਅਕੋਰਡਿੰਗਲੀ। ਤਾਂ ਇੱਕ ਤਾਂ ਹੁੰਦਾ ਐਕਟਿਵ ਵਲਕੈਨੋ, ਬਸ ਤੁਸੀਂ ਸਿੱਧਾ ਸਿੰਪਲ ਸ਼ਬਦਾਂ ਦੇ ਵਿੱਚ ਸਮਝੋ ਵੀ ਤਿੰਨ ਤਰ੍ਹਾਂ ਦੇ ਹੁੰਦੇ ਆ। ਇੱਕ ਹੁੰਦੇ ਨੇ ਐਕਟਿਵ, ਔਰ ਦੂਸਰੇ ਹੁੰਦੇ ਨੇ ਆਪਣੇ ਪਹਿਲਾ ਜਮਾ ਕਿਹੜੇ ਹੁੰਦੇ ਨੇ ਆਪਣੇ
ਐਕਟਿਵ ਵਲਕੈਨੋ ਹੁੰਦੇ ਆ, ਔਰ ਦੂਸਰੇ ਨੰਬਰ ਤੇ ਬੱਚੇ ਆਪਣੇ ਹੁੰਦੇ ਨੇ, ਇੱਕ ਹੁੰਦੇ ਆ ਡੋਰਮੈਂਟ, ਐਂਡ ਤੀਸਰੇ ਹੁੰਦੇ ਆਪਣੇ ਐਕਸਟਿੰਕਟ। ਆ ਤਿੰਨ ਤਰ੍ਹਾਂ ਦੇ, ਆ ਤਾਂ ਉਹ ਹੁੰਦੇ ਨੇ ਜਿਹੜੇ ਹਜੇ ਵੀ ਕਿਰਿਆਸ਼ੀਲ ਆ, ਮਤਲਬ ਕਿ ਕਦੋਂ ਵੀ ਫਟ ਸਕਦੇ ਆ, ਠੀਕ ਆ, ਹਰ ਟਾਈਮ ਤੇ ਕਿਰਿਆਸ਼ੀਲ ਹੀ ਰਹਿੰਦੇ ਆ। ਤੇ ਜਿਹੜੇ ਡੋਰਮੈਂਟ ਹੁੰਦੇ ਨੇ ਬੱਚੇ, ਡੋਰਮੈਂਟ ਦੇ ਬਾਰੇ ਤੁਸੀਂ ਬਸ ਜ਼ਿਆਦਾ ਨਹੀਂ ਆਪਾਂ ਚੀਜ਼ਾਂ ਦੇਖਣੀਆਂ, ਇੱਕ ਥੋੜ੍ਹੇ ਇੱਕ ਦੋ ਫੈਕਟ ਦੇਖਾਂਗੇ ਇਹਨਾਂ ਦੇ ਵਿੱਚ। ਡੋਰਮੈਂਟ ਕਿਹੜੇ ਹੁੰਦੇ ਨੇ? ਉਹ ਜਵਾਲਾਮੁਖੀ ਜਿਹੜੇ ਅਜੇ ਸ਼ਾਂਤ ਬੈਠੇ ਆ, ਠੀਕ ਆ, ਹੁਣ ਸ਼ਾਂਤ ਨੇ, ਹੁਣ ਸ਼ਾਂਤ ਹਨ, ਬਟ ਇਨ ਫਿਊਚਰ ਕਦੋਂ ਵੀ ਫਟ ਸਕਦੇ ਆ, ਠੀਕ ਆ। ਔਰ ਜਿਹੜੇ ਆ ਨੇ ਇਹ ਮਤਲਬ ਬਿਲਕੁਲ ਹੀ ਕਹਿ ਲਓ ਤੁਸੀਂ ਸੁੱਤੇ ਪਏ, ਮਤਲਬ ਕਈ ਲੱਖਾਂ ਸਾਲਾਂ ਤੋਂ, ਹਜ਼ਾਰਾਂ ਸਾਲਾਂ ਤੋਂ ਇਹ ਪਈ ਨੇ, ਮਤਲਬ ਕਿ ਇਹਨਾਂ ਦੇ ਵਿੱਚ ਕੋਈ ਹੁਣ ਹੈ ਨਹੀਂ ਇਹਨਾਂ ਦੀ ਫਟਣ ਦੀ ਆਸ ਸਾਨੂੰ ਵੀ ਇਹ ਫਟਣਗੇ। ਹੁਣ ਬੱਚੇ ਦੇਖੋ, ਵਲਕੈਨੋ ਦੇ ਨੁਕਸਾਨ ਤਾਂ ਹੁੰਦੇ ਹੀ ਹੁੰਦੇ ਆ, ਬਟ ਇਹਦੇ ਸਾਨੂੰ ਕੁਛ ਕੁ ਫਾਇਦੇ ਵੀ ਹੁੰਦੇ ਆ। ਉਹ ਮੈਂ ਤੁਹਾਨੂੰ ਜਦੋਂ ਇਹ ਸਾਰਾ ਟੌਪਿਕ ਆਪਣਾ ਹੋ ਗਿਆ ਉਦੋਂ ਲਿਖਾਊਂਗਾ ਕਿ ਵਲਕੈਨੋ ਦਾ ਅਗਰ ਤੁਹਾਨੂੰ ਆ ਜਾਂਦਾ ਕੋਈ ਸਟੇਟਮੈਂਟ ਦੇ ਵਿੱਚ ਵੀ ਵਲਕੈਨੋ ਦੇ ਸਾਨੂੰ ਆਹ ਵਾਲੇ ਬੈਨੀਫਿਟ ਹੁੰਦੇ ਆ, ਤਾਂ ਤੁਸੀਂ ਉਹਦੇ 'ਚ ਕੀ ਜਵਾਬ ਦੇਣਾ। ਹੁਣ ਜਿਹੜਾ ਐਕਟਿਵ ਵਲਕੈਨੋ ਹੁੰਦਾ ਉਹਦੇ 'ਚ ਬੱਚੇ ਆਪਾਂ ਦੇਖ ਲਿਆ, ਤਾਂ ਇਹਦੀਆਂ ਐਗਜ਼ਾਮਪਲਾਂ ਲਿਖ ਲਓ ਤੁਸੀਂ। ਜਿਹੜਾ ਐਕਟਿਵ ਵਲਕੈਨੋ ਆ ਇਹਦੀਆਂ ਐਗਜ਼ਾਮਪਲਾਂ, ਕਿਲਿਊ, ਇਹ ਹੈਗਾ ਆਪਣਾ USA ਦੇ ਵਿੱਚ ਆ, USA ਦੇ ਵਿੱਚ ਹੀ ਇੱਕ ਹੋਰ ਆ ਮੋਨੋ ਜਾਂ ਮੋਨੋ ਲੋਆ, ਇਹ ਦੋਨੋਂ ਹਵਾਈ ਦੇ ਵਿੱਚ ਨੇ ਬੱਚੇ, USA ਦੇ ਵਿੱਚ ਨੇ, ਠੀਕ ਆ। ਔਰ ਈਟਨਾ, ਇਹ ਹੈਗਾ ਇਟਲੀ ਦੇ ਵਿੱਚ, ਈਟਨਾ ਇਟਲੀ ਦੇ ਵਿੱਚ ਆ। ਔਰ ਆਪਣਾ ਬੈਰਨ ਆ ਜਿਹੜਾ, ਇਹ ਵੀ ਐਕਟਿਵ ਆ ਬੱਚੇ। ਮੈਂ ਤੁਹਾਨੂੰ ਉਹ ਜਿਹੇ ਕੁਐਸਚਨਸ ਆਇਆ ਸੀ ਨਾ, ਇਹ ਓਨਲੀ ਐਕਟਿਵ ਕਿੱਥੇ ਆਪਣੇ, ਇਹ ਅੰਡੇਮਾਨ ਐਂਡ ਨਿਕੋਬਾਰ ਦੇ ਵਿੱਚ। ਆ ਤਾਂ ਚੀਜ਼ ਕਲੀਅਰ ਆ। ਹੁਣ ਜਿਹੜਾ ਡੋਲਮੈਂਟ ਆ, ਡੋਲਮੈਂਟ ਦੇ ਵਿੱਚ ਨਾਰਕੋਂਡਮ ਆ ਜਿਹੜਾ, ਇੱਕ ਫਿਜ਼ੂਆਮਾ ਹੋ ਗਿਆ, ਕਾਂਗੜਾ ਹੋ ਗਿਆ, ਤਾਂ ਇਹ ਵਾਲੇ ਨੇ ਜਿਹੜੇ ਕਰੈਕਟ ਆ ਉਹ ਇੰਡੋਨੇਸ਼ੀਆ ਦੇ ਵਿੱਚ, ਕਾਂਗੜਾ ਹਿਮਾਚਲ ਪ੍ਰਦੇਸ਼ ਇੰਡੀਆ ਦੇ ਵਿੱਚ, ਫਿਜ਼ੂਆਮਾ ਜਿਹੜਾ ਉਹ ਜਾਪਾਨ ਦੇ ਵਿੱਚ, ਔਰ ਜਿਹੜਾ ਨਾਰਕੋਂਡਮ ਆ ਉਹ ਹੈਗਾ ਅੰਡੇਮਾਨ ਐਂਡ ਨਿਕੋਬਾਰ ਦੇ ਵਿੱਚ। ਔਰ ਇਹਨਾਂ ਦੇ ਵਿੱਚੋਂ ਤੁਹਾਨੂੰ ਆ ਜਾਂਦਾ ਵੀ ਕਿਹੜੇ ਇਹੋ ਜਿਹੇ ਨੇ ਜਿਹੜੇ ਦੋ ਪੂਜੇ ਜਾਂਦੇ ਨੇ ਜਿਹੜੇ ਜਵਾਲਾਮੁਖੀ ਆ, ਤਾਂ ਉਹਨਾਂ ਦੇ ਵਿੱਚੋਂ ਕਾਂਗੜਾ, ਤੁਸੀਂ ਕਾਂਗੜਾ ਦੇਵੀ ਦੇ ਮੰਦਿਰ ਦੇ ਵਿੱਚ ਈਵਨ ਗਏ ਹੋਣੇ, ਅਤੇ ਆਪਾਂ ਤੇ ਉੱਥੇ ਦੇਵੀ ਮੰਨ ਕੇ ਉਹਨਾਂ ਦੀ ਪੂਜਾ ਕਰਦੇ ਹਾਂ, ਬਟ ਇਹ ਕਹਿ ਰਹੇ ਨੇ ਵੀ ਉਹ ਕਾਂਗੜਾ ਔਰ ਫਿਜ਼ੀਆਮਾ ਜਿਹੜਾ ਜਾਪਾਨ ਦੇ ਵਿੱਚ ਆ, ਇਹਨਾਂ ਦੋਨਾਂ ਦੀ ਪੂਜਾ, ਜਾਣੀ ਕਿ ਧਾਰਮਿਕ ਸਥਲ ਇਹ ਬਣੇ ਹੋਏ ਆ, ਲੋਕਾਂ ਦੀਆਂ ਰਿਲੀਜੀਅਸ ਸੈਂਟੀਮੈਂਟਸ ਨੇ ਜਿਹੜੇ ਉਹ ਇਹਦੇ ਨਾਲ ਜੁੜੇ ਹੋਏ ਆ। ਹੁਣ ਜਿਹੜੇ ਡੈੱਡ ਵਲਕੈਨੋ ਆ ਬੱਚੇ, ਉਹ ਹੁੰਦੇ ਆ ਵੀ ਜਿਹੜੇ ਪਿਛਲੇ ਕਈ ਹਜ਼ਾਰਾਂ ਲੱਖਾਂ ਸਾਲਾਂ ਤੋਂ ਸੁੱਤੇ ਪਏ ਆ, ਅਤੇ ਹਜੇ ਵੀ ਉਹਨਾਂ ਦੀ ਕੋਈ ਫਟਣ ਦੀ ਮਤਲਬ ਇਨ ਫਿਊਚਰ ਕੋਈ ਸੰਭਾਵਨਾ ਨਹੀਂ ਹੈਗੀ। ਤਾਂ ਉਹਦੇ 'ਚ ਕਿਹੜੇ ਜਿਵੇਂ ਕਿ ਕਿਲੀਮੰਜਾਰੋ ਕਿੱਥੇ ਆ? ਤੰਜਾਨੀਆ ਦੇ ਵਿੱਚ ਆ, ਠੀਕ ਆ। ਪੋਪਾ ਮਿਆਂਮਾਰ ਦੇ ਵਿੱਚ ਆ। ਤਾਂ ਬੱਚੇ ਆਹ ਚੀਜ਼ ਧਿਆਨ 'ਚ ਰੱਖਣੀ ਸੀ ਤੁਸੀਂ, ਕਲੀਅਰ। ਹੁਣ ਜਿਹੜਾ ਮਾਊਂਟ ਈਟਨਾ ਦਾ ਆਪਣਾ ਕੁਐਸਚਨ ਰੱਖਿਆ ਸੀ ਕਿ ਮਾਊਂਟ ਈਟਨਾ ਕਿੱਥੇ ਆ, ਤਾਂ ਮਾਊਂਟ ਈਟਨਾ ਕੀ ਆ, ਜਾਂ ਉਹਦੇ 'ਚ ਕੁਐਸਚਨ ਸੀਗਾ ਬੱਚਾ, ਆਈ ਥਿੰਕ ਹੁਣ ਮੈਨੂੰ ਯਾਦ ਨਹੀਂ ਆ, ਕੁਐਸਚਨ ਆਪਾਂ ਇਹ ਰੱਖਿਆ ਸੀ ਉਹਦੇ 'ਚ ਵੀ ਜਿਹੜਾ ਮਾਊਂਟ ਈਟਨਾ ਵੀ ਇਹ ਵਲਕੈਨੋ ਆ ਜਾਂ ਕੀ ਆ, ਉਹਦੇ 'ਚੋਂ ਆਪਾਂ ਦੱਸਣਾ ਸੀ, ਅਤੇ ਉਹਦੇ ਬਾਰੇ ਫੈਕਟ ਸੁਣ ਲਓ। ਮਾਊਂਟ ਈਟਨਾ ਇਟਲੀ ਦੇ ਵਿੱਚ ਹੈਗਾ, ਯੂਰੋਪੀਅਨ ਯੂਨੀਅਨ ਦਾ ਸਭ ਤੋਂ ਵੱਡਾ ਐਕਟਿਵ ਆ ਇਹ, ਔਰ 2013 ਦੇ ਵਿੱਚ ਇਹਨੂੰ ਯੂਨੈਸਕੋ ਦੇ ਵਿੱਚ ਵੀ ਸ਼ਾਮਲ ਕਰ ਲਿਆ ਗਿਆ ਸੀਗਾ, ਠੀਕ ਆ। ਔਰ ਇਹ ਇਟਲੀ ਦੇ ਜਮਾਂ ਸਾਊਥ ਪਾਰਟ ਦੇ ਵਿੱਚ ਆ। ਜਿਹੜਾ ਆਪਾਂ ਤਾਲ ਵਲਕੈਨੋ ਦੀ ਗੱਲ ਕਰੀ ਸੀਗੀ, ਇੱਕ ਆਪਸ਼ਨ ਦੇ ਵਿੱਚ ਹੈਗਾ ਤੁਹਾਨੂੰ, ਤਾਂ ਬੱਚੇ ਉਹ 2020 ਦੇ ਵਿੱਚ ਸੀਗਾ, ਤਾਲ ਲੇਕ ਦੇ ਵਿੱਚ ਹੀ ਆ ਉਹ, ਠੀਕ ਆ। ਫਿਲੀਪੀਨਸ ਦੇ ਵਿੱਚ ਹੀ ਫਿਲੀਪੀਨ ਦੇ ਵਿੱਚ ਸੀਗਾ ਉਹ, ਅਤੇ ਮਨੀਲਾ ਉੱਥੋਂ ਦੀ ਕੈਪੀਟਲ ਆ। ਤਾਂ ਬੱਚੇ ਇਹ ਚੀਜ਼ਾਂ ਸੀਗੀਆਂ ਜਿਹੜੀਆਂ, ਅਤੇ ਕੁਛ ਕੁ ਫੈਕਟ ਇੱਕ ਹੋਰ ਤੁਸੀਂ ਦੇਖੋ, ਜਿਹਦਾ ਤੁਹਾਨੂੰ ਆ ਜੇ ਵਰਲਡਜ਼ ਹਾਈ ਐਕਟਿਵ ਵਲਕੈਨੋ, ਦੈਨ ਤੁਸੀਂ ਆਨਸਰ ਲਾਉਣਾ ਕਲੀਓ, ਜਿਹੜਾ ਕਿ ਆਪਾਂ ਦੇਖ ਕੇ ਹਟਿਆ ਵੀ ਹਵਾਈ USA ਦੇ ਵਿੱਚ ਆ, ਠੀਕ ਆ, ਔਰ ਪੈਸੀਫਿਕ ਓਸ਼ੀਅਨ। ਔਰ ਇਸ ਤੋਂ ਬਾਅਦ ਜੇ ਤੁਹਾਨੂੰ ਆ ਜਾਏ ਵਰਲਡ ਦਾ ਸਭ ਤੋਂ ਬਿਗੈਸਟ, ਤਾਂ ਬਿਗੈਸਟ ਚਲਾਉਣਾ ਤੁਸੀਂ ਮੌਨਾ ਲੋਆ, ਇਹ ਵੀ USA ਦੇ ਵਿੱਚ, ਹਵਾਈ USA ਦੇ ਵਿੱਚ ਆ। ਔਰ ਅਗਰ ਆ ਜੇ ਤੁਹਾਨੂੰ ਵਿਸ਼ਵ ਦਾ ਹਾਈਐਸਟ ਵਲਕੈਨੋ, ਦੈਨ ਤੁਸੀਂ ਲਾਓਗੇ ਬੱਚੇ, ਇਹਦਾ ਨਾਮ ਤਾਂ ਵੈਸੇ ਹੋਰ ਆ, ਓਜਸ ਡੈਲ, ਤਾਂ ਤੁਸੀਂ ਇਹਦੇ 'ਚ ਬਸ ਸੈਲਡੀਓ ਯਾਦ ਰੱਖਿਓ, ਠੀਕ ਆ। ਤਾਂ ਇਹ ਵਾਲਾ ਨੇਮ ਆ, ਇਹ ਹੈਗਾ ਅਰਜਨਟੀਨਾ ਦੇ ਵਿੱਚ, ਅਰਜਨਟੀਨਾ ਦੇ ਵਿੱਚ ਆ। ਇਹ ਸਾਰਿਆਂ ਨੂੰ ਵਿਸ਼ਵ ਦਾ ਹਾਈਐਸਟ ਆ। ਔਰ ਜੇ ਤੁਹਾਨੂੰ ਆ ਜਾਏ ਵਰਲਡ ਦਾ ਹਾਈਐਸਟ ਐਕਟਿਵ, ਨਾਲੇ ਤਾਂ ਹਾਈਐਸਟ ਹੋਵੇ,
मतलब कि नाले एक्टिव ਦੇ ਵਿੱਚੋਂ ਜਿਹੜਾ ਹਾਈਐਸਟ ਆ ਉਹ ਹੈਗਾ ਗਾ ਕੋਟੋਪੈਕਸੀ। ठीक है, ये हैगा इक्वाडोर, जानी कि साउथ अमेरिका कॉन्टीनेंट दे विच। और जे अज तुहानूं सब तो इंडिया का किहड़ा गा बैरन आइलैंड अंडेमान निकोबार दे विच। बच्चे ये तां सीगियां चीज़ां जिहड़ियां आपां देखियां ਇਹਦੇ ਅਰਥਕੁਐਕਸ ਨੂੰ ਲੈ, ਇਹਦੇ ਅਰਥਕੁਐਕ ਕੀ ਹੁੰਦਾ ਸੌਰੀ ਆਪਣਾ ਵਲਕੈਨੋ ਨੂੰ ਲੈ ਕੇ। ਹੁਣ ਇਹਦੇ ਨਾਲ ਜਿਹੜੇ ਕਰੰਟ ਦੇ ਵਿੱਚ ਰਹੇ ਨੇ ਵਲਕੈਨੋ, ਜਿਨ੍ਹਾਂ ਦੀ ਐਗਜ਼ਾਮਪਲ ਤੁਹਾਨੂੰ ਪੁੱਛੀ ਜਾ ਸਕਦੀ ਆ, ਜਿਵੇਂ ਮੈਂ ਤੁਹਾਨੂੰ ਕੁਐਸਚਨ ਦਿਖਾ ਕੇ ਹਟਿਆ ਪਹਿਲਾਂ। ਉਸ ਤੋਂ ਪਹਿਲਾਂ ਆਪਾਂ 2-4 ਜਿਹੜੇ ਇੰਪੋਰਟੈਂਟ ਨੇ, ਜਿਵੇਂ ਕਿ ਆਪਣਾ ਆਪਾਂ ਗੱਲ ਕੀਤੀ ਮੌਨਾ ਲੋਆ, ਇਹ ਕਿੱਥੇ ਆ? USA ਦੇ ਵਿੱਚ ਆ। ਔਰ ਜਿਹੜੀ ਇਹਦੀ ਹਾਈਟ ਆ ਬੱਚੇ ਉਹ ਹੈਗੀ ਆ 9170 ਮੀਟਰ। ਤਾਂ ਆਪਾਂ ਇਹਦੀ ਗੱਲ ਕੀਤੀ। ਹੋਰ ਇਸ ਤੋਂ ਬਾਅਦ ਇੱਕ ਹੈਗਾ ਹਲੇ ਬਟਾ, ਇਹ ਵੀ USA ਦੇ ਵਿੱਚ ਆ ਔਰ ਇਹਦੀ ਹਾਈਟ ਹੈਗੀ ਆ 9144 ਮੀਟਰ। ਅਤੇ ਜਿਹੜੇ ਇੰਪੋਰਟੈਂਟ ਆ ਮੈਂ ਤੁਹਾਨੂੰ ਉਹੀ ਲਿਖਾਊਂਗਾ ਇੱਥੇ, ਮਾਊਂਟ ਫੂਜੀ, ਅਤੇ ਇਹ ਹੈਗਾ ਜਾਪਾਨ, ਔਰ ਜਾਪਾਨ ਦਾ ਇਹ ਹਾਈਐਸਟ ਆ ਔਰ ਇਹ ਐਕਟਿਵ ਆ। ਇਹਦੀ ਹਾਈਟ ਹੈਗੀ ਆ 3776 ਮੀਟਰ। ਔਰ ਇਸ ਤੋਂ ਬਾਅਦ ਇੱਕ ਹੈਗਾ ਮਾਊਂਟ ਬੋਨਾ, ਮਾਊਂਟ ਬੋਨਾ ਇਹ ਹੈਗਾ ਬੱਚੇ ਅਲਾਸਕਾ। ਅਲਾਸਕਾ ਦਾ ਕਿੱਥੇ ਆਊਗਾ? ਇਹ ਵੀ USA ਦੇ ਵਿੱਚ ਆਊਗਾ। ਇਹ ਹੈਗਾ 5005 ਮੀਟਰ। ਫਿਰ ਇਸ ਤੋਂ ਬਾਅਦ ਜਿਹੜਾ ਕਿਲੀਮੰਜਾਰੋ, ਇਹ ਹੈਗਾ ਤੰਜਾਨੀਆ ਦੇ ਵਿੱਚ। ਕਿਲੀਮੰਜਾਰੋ ਕਿੱਥੇ ਆ? ਤੰਜਾਨੀਆ ਦੇ ਵਿੱਚ ਆ। ਇਹ ਹੈਗਾ 5895 ਮੀਟਰ। देखो ਇਹ ਤਾਂ ਬੱਚੇ ਕੁਛ ਕੁ ਫੈਕਟ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਕਦੇ ਕੋਈ ਕੁਐਸਚਨ ਆ ਗਿਆ ਤਾਂ ਤੁਹਾਡਾ ਕੁਐਸਚਨ ਸਕਿਪ ਨਹੀਂ ਹੋਊਗਾ। ਇਹਦੇ 'ਚੋਂ ਤੁਸੀਂ ਉਹਨਾਂ ਨੂੰ ਇੰਨੇ ਕੁ ਦਾ ਟਿਕ ਕਰਨ ਦੇ ਯੋਗ ਹੋ ਹੀ ਗਏ ਹੋਵੋਗੇ। ਤਾਂ ਹੁਣ ਦੇਖੋ ਇਹਦੇ 'ਚ ਸਭ ਤੋਂ ਇੰਪੋਰਟੈਂਟ ਟਰਮ ਆਉਂਦੀ ਆ ਰਿੰਗ ਆਫ ਫਾਇਰ। ਹੁਣ ਰਿੰਗ ਆਫ ਫਾਇਰ ਕੀ ਹੁੰਦਾ ਬੱਚੇ? ਪੈਸੀਫਿਕ ਰਿਮਸ ਦੇ ਵਿੱਚ ਆ, ਜਾਣੀ ਕਿ ਪੈਸੀਫਿਕ ਓਸ਼ੀਅਨ ਦੇ ਵਿੱਚ ਆ ਇਹ। ਠੀਕ ਆ, ਤਾਂ ਰਿੰਗ ਆਫ ਫਾਇਰ ਦੀ ਆਪਾਂ ਗੱਲ ਕਰਦੇ ਹਾਂ ਤਾਂ ਇਹਦੇ 'ਚ ਬੱਚੇ ਕੀ ਆ? ਵਿਸ਼ਵ ਦੇ, ਪੂਰੇ ਵਿਸ਼ਵ ਦੇ 80% ਜਿਹੜੇ ਅਰਥਕੁਇਕ ਨੇ ਉਹ ਵੀ ਇੱਥੇ ਨੇ, ਪਲੱਸ ਇਹ ਤੋਂ ਬਿਨਾਂ ਬੱਚੇ ਇੱਥੇ 75% ਦੁਨੀਆ ਦੇ ਐਕਟਿਵ ਵਲਕੈਨੋ, ਜਾਣੀ ਕਿ ਗਿਣਤੀ ਦੇ ਵਿੱਚ ਕਿੰਨੇ ਨੇ? 450 ਵਲਕੈਨੋ ਇੱਥੇ ਹੀ ਆਉਂਦੇ ਨੇ। ਕਿੱਥੇ? ਰਿੰਗ ਆਫ ਫਾਇਰ ਦੇ ਵਿੱਚ। ਹੁਣ ਰਿੰਗ ਆਫ ਫਾਇਰ ਨੂੰ ਹੋਰ ਨਾਮ ਨਾਲ ਕੀ ਜਾਣਿਆ ਜਾਂਦਾ? ਅਨਦਰ ਨੇਮ ਇਹਦਾ ਹੋਰ ਕੀ ਨਾਮ ਆ ਜਿਹਦੇ ਨਾਲ ਇਹਨੂੰ ਜਾਣਿਆ ਜਾਂਦਾ? ਤਾਂ ਤੁਸੀਂ ਕਹੋਗੇ ਸਰਕਮ ਪੈਸੀਫਿਕ ਬੈਲਟ। ਤਾਂ ਆ ਇਹਦਾ ਹੋਰ ਨਾਮ ਆ। ਬਾਕੀ ਇੱਥੇ ਬੱਚੇ ਇੱਕ ਪਲੇਟ ਨਹੀਂ, ਕਾਫੀ ਪਲੇਟਾਂ ਦੀ ਬਾਉਂਡਰੀ ਆ, ਜਿਵੇਂ ਕਿ ਪੈਸੀਫਿਕ ਪਲੇਟ ਹੋ ਗਈ, ਕੋਕੋਸ ਪਲੇਟ ਹੋ ਗਈ, ਇੰਡੀਅਨ ਆਸਟ੍ਰੇਲੀਅਨ ਇੰਡੋ ਆਸਟ੍ਰੇਲੀਅਨ ਪਲੇਟ ਹੋ ਗਈ, ਨਾਰਥ ਅਮਰੀਕਨ ਪਲੇਟ ਹੋ ਗਈ, ਨਜਾਕਾ ਪਲੇਟ ਹੋ ਗਈ, ਠੀਕ ਆ, ਫਿਲੀਪੀਨਸ ਪਲੇਟ ਹੋ ਗਈ। ਤਾਂ ਇੰਨੀਆਂ ਪਲੇਟਾਂ ਨੇ ਜਿਹੜੀਆਂ ਇੱਥੇ ਕਾਫੀ ਜਾਣੀ ਕਿ ਜੁਆਇੰਟ ਜੇ ਹੋ ਜਾਂਦੀਆਂ ਨੇ। ਤਾਂ ਕਰਕੇ ਇੱਥੇ ਜਿਹੜੇ ਵਲਕੈਨੋ ਨੇ ਉਹ ਇੰਨੇ ਜ਼ਿਆਦਾ ਆਉਂਦੇ ਆ, ਤਾਂ ਕਰਕੇ ਇਸ ਇੱਕ ਛੱਲਾ ਬਣ ਗਿਆ, ਗੋਲ ਬਣਦਾ। ਤਾਂ ਇਹਨੂੰ ਕੀ ਕਿਹਾ ਜਾਂਦਾ? ਰਿੰਗ ਆਫ ਫਾਇਰ ਕਿਹਾ ਜਾਂਦਾ। ਤਾਂ ਹੁਣ ਕਰੰਟ ਦੇ ਵਿੱਚ ਜਿਹੜੇ ਵਲਕੈਨੋ ਚਰਚਾ ਦੇ ਵਿੱਚ ਰਹੇ ਸੀਗੇ ਉਹ ਕਿਹੜੇ ਸੀਗੇ? ਇੱਕ ਤਾਂ ਬੱਚੇ ਤੁਸੀਂ ਯਾਦ ਰੱਖਣਾ ਮਾਊਂਟ ਸੇਮਰੂ, ਇਹ ਵਾਲਾ ਬਸ ਤੁਸੀਂ ਐਂ ਯਾਦ ਰੱਖਣਾ ਵੀ ਇਹ ਕਿੱਥੇ ਸੀਗਾ। ਇਹ ਹੈਗਾ ਗਾ ਬੱਚੇ ਆਪਣਾ ਇੰਡੋਨੇਸ਼ੀਆ ਦੇ ਵਿੱਚ। ਇਹ ਵੀ ਹੁਣ ਇਰਪਟ ਹੋਇਆ ਸੀਗਾ, ਠੀਕ ਆ। ਤਾਂ ਇੱਥੇ ਇੰਡੋਨੇਸ਼ੀਆ ਦੇ ਵਿੱਚ ਜ਼ਿਆਦਾ ਕਿਉਂ ਹੁੰਦੇ ਆ? ਕਿਉਂਕਿ ਇੱਥੇ 3 ਪਲੇਟਾਂ ਦੀ ਮਤਲਬ ਕਿ ਜੁਆਇੰਟ ਹੁੰਦਾ, ਤਿੰਨ ਪਲੇਟਾਂ ਦਾ, ਪੈਸੀਫਿਕ, ਯੂਰੇਸ਼ੀਅਨ ਔਰ ਇੰਡੋ ਆਸਟ੍ਰੇਲੀਅਨ। ਅਤੇ ਫਿਲੀਪੀਨ ਪਲੇਟ ਆ ਜਿਹੜੀ ਉਹ ਵੀ, ਉਹਦਾ ਵੀ ਥੋੜ੍ਹਾ ਹਿੱਸਾ ਇਹਨਾਂ ਨੂੰ ਜੁਆਇਨ ਕਰ ਲੈਂਦਾ। ਤਾਂ ਇੰਨੀਆਂ ਪਲੇਟਾਂ ਇੱਥੇ 3 ਪਲੇਟਾਂ ਹੁੰਦੀਆਂ। ਸੋ ਦੈਟਸ ਵਾਈ ਇੰਡੋਨੇਸ਼ੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਆਉਂਦੇ ਆ। ਇੰਡੋਨੇਸ਼ੀਆ ਦੇ ਵਿੱਚ 130 ਐਕਟਿਵ ਵਲਕੈਨੋ ਨੇ, ਠੀਕ ਆ, ਇੰਡੋਨੇਸ਼ੀਆ ਦੇ ਵਿੱਚ ਨੇ। ਅਤੇ ਰਿੰਗ ਆਫ ਫਾਇਰ ਦੇ ਵਿੱਚ ਹੀ ਆਉਂਦਾ। ਜਨਸੰਖਿਆ ਹੈਗੀ ਇੰਡੋਨੇਸ਼ੀਆ ਦੀ 27 ਕਰੋੜ। ਇੰਡੋਨੇਸ਼ੀਆ ਦਾ ਟੂਰਿਸਟ ਪੁਆਇੰਟ ਵੀ ਆ ਜਿਹੜਾ ਉਹ ਮਾਊਂਟ ਸੇਮਰੂ ਇਹੀ ਵਾਲਾ। ਅਤੇ ਜਿਹੜਾ ਇਹਨਾਂ ਦਾ ਸੇਮਰੂ ਆ ਅਤੇ ਇਹਨੂੰ ਕਿਹਾ ਜਾਂਦਾ ਗ੍ਰੇਟ ਮਾਊਂਟੇਨ। ਓਕੇ, ਇੱਕ ਇਹ ਵਾਲਾ ਰਿਹਾ ਸੀ। ਇਸ ਤੋਂ ਬਾਅਦ ਮਾਊਂਟ ਸੀਨਾਬੁੰਗ, ਇਹ ਵੀ ਬੱਚੇ ਇੰਡੋਨੇਸ਼ੀਆ ਦੇ ਵਿੱਚ ਆ। ਕਿਉਂਕਿ ਹੁਣ ਤੁਹਾਨੂੰ ਇੱਥੋਂ ਹੀ ਪਤਾ ਲੱਗ ਗਿਆ ਵੀ 3 ਪਲੇਟਾਂ ਪੈਂਦੀਆਂ ਨੇ, ਤਾਂ ਕਰਕੇ ਇੰਡੋਨੇਸ਼ੀਆ ਦੇ ਵਿੱਚ ਬਹੁਤ ਜ਼ਿਆਦਾ ਆਉਂਦੇ ਨੇ, ਠੀਕ ਆ। ਤਾਂ ਇਹ ਕਾਰੋ ਪਲੇਟੀਓ ਜਾਣੀ ਕਿ ਪਠਾਰ ਦੇ ਵਿੱਚ ਆਇਆ ਸੀਗਾ। ਬਸ ਇਹਨੂੰ ਤੁਸੀਂ ਧਿਆਨ 'ਚ ਰੱਖਣਾ। ਪਹਿਲਾਂ ਇਹ 2010 ਦੇ ਵਿੱਚ ਫਟਿਆ ਸੀਗਾ, ਉਦੋਂ ਬਾਅਦ ਇਹ ਉਦੋਂ ਦਾ ਐਕਟਿਵ ਆ। ਅਤੇ ਇਸ ਤੋਂ ਬਾਅਦ ਇੱਕ ਆਇਆ ਸੀ ਫੁਕੋਟੋਕੂ
ਬੱਚੇ ਨਾਮ ਇਹਦਾ ਬਹੁਤ ਲੰਬਾ ਚੌੜਾ, ਮੈਂ ਤੁਹਾਨੂੰ ਬਸ ਸਿੰਪਲ ਜਿਹਾ ਦੱਸੂਗਾ, ਫੂਕੋ ਟੋਕੂ, ਠੀਕ ਆ। ਤਾਂ ਇਹ ਵਾਲਾ ਸਬਮਰੀਨ ਵਲਕੈਨੋ ਸੀਗਾ। ਸਬਮਰੀਨ ਕਿਹੜਾ ਹੁੰਦਾ, ਜਿਹੜਾ ਮਤਲਬ ਕਿ ਪਾਣੀ ਦੇ ਅੰਦਰ ਹੋਵੇ, ਠੀਕ ਆ। ਤਾਂ ਇਹ 25 ਮੀਟਰ ਯਾਨੀ ਕਿ 80 ਫੁੱਟ ਸੀ ਲੈਵਲ ਦੇ ਅੰਦਰੂਨੀ ਸੀਗਾ, ਅੰਦਰ ਸੀਗਾ, ਪੈਸੀਫਿਕ ਓਸ਼ੀਅਨ ਦੇ ਵਿੱਚ ਆਇਆ ਸੀ, ਜਾਪਾਨ ਦੇ ਵਿੱਚ। ਇਹ ਕਿੱਥੇ ਆਇਆ ਸੀਗਾ, ਨਾਮ ਤੋਂ ਹੀ ਕਲੀਅਰ ਜਿਹਾ ਹੁੰਦਾ ਤੁਹਾਨੂੰ, ਜਾਪਾਨ 'ਚ। ਤਾਂ ਔਰ ਤਕਰੀਬਨ ਇਹ 25 ਮੀਟਰ ਬਿਲੋ ਸੀ ਲੈਵਲ, ਠੀਕ ਆ। ਸੀ ਲੈਵਲ ਤੋਂ ਜਾਣੀ ਕਿ ਨੀਚੇ ਸੀਗਾ ਇਹ, ਜਿਹੜਾ ਪਾਣੀ ਦੇ ਵਿੱਚ ਹੁੰਦਾ ਉਹਨੂੰ ਕਹਿੰਦੇ ਸਬਮਰੀਨ ਵਲਕੈਨੋ। ਇਸ ਤੋਂ ਬਾਅਦ ਇੱਕ ਚਰਚਾ ਦੇ ਵਿੱਚ ਰਿਹਾ ਸੀਗਾ ਹੁੰਗਾ ਤੋਂਗਾ ਹੁੰਗਾਹਾ, ਠੀਕ ਆ। ਇਹ ਵੈਸੇ ਤਾਂ 2 ਆਈਲੈਂਡ ਨੇ ਬੱਚੇ, ਹੁੰਗਾ ਤੋਂਗਾ ਅਲੱਗ ਆ, ਹੁੰਗਾਹਾ ਅਲੱਗ ਆ, 2 ਆਈਲੈਂਡ ਨੇ ਇਹ ਆਇਆ ਸੀਗਾ ਟੋਂਗਾ ਦੇ ਵਿੱਚ। ਇਹ ਕਿੱਥੇ ਆਇਆ ਸੀ, ਟੋਂਗਾ ਕੰਟਰੀ ਦੇ ਵਿੱਚ ਆਇਆ ਸੀ, ਠੀਕ ਆ। ਅਤੇ ਇਸ ਤੋਂ ਬਾਅਦ ਇੱਕ ਸੀਗਾ ਆਪਣਾ ਸੰਗੇ ਵਲਕੈਨੋ, ਇਹ ਇਕਵਾਡੋਰ ਦੇ ਵਿੱਚ ਆਇਆ ਸੀਗਾ, ਕਲੀਅਰ। ਔਰ ਇਹੀ ਇੱਥੇ ਬੱਚੇ ਨਾਮ 'ਤੇ ਇੱਕ ਉਹਨਾਂ ਦਾ ਨੈਸ਼ਨਲ ਪਾਰਕ ਵੀ ਹੈਗਾ ਗਾ। ਇਹ ਸੀਗੇ ਇੰਪੋਰਟੈਂਟ ਤੁਹਾਡੇ ਫੈਕਟ ਬੱਚੇ, ਜਿਹੜੇ ਵਲਕੈਨੋ ਦੇ ਟੌਪਿਕ ਦੇ ਵਿੱਚੋਂ ਤੁਹਾਡੇ ਬਣਦੇ ਸੀ। ਤਾਂ ਇਹਦੇ 'ਚ ਆਪਾਂ ਦੇਖ ਲਿਆ, ਸਾਰੀਆਂ ਕੁਛ ਕੁ ਐਗਜ਼ਾਮਪਲਾਂ ਨੇ ਜਿਹੜੀਆਂ ਉਹ ਵੀ ਦੇਖ ਲਈਆਂ। ਬਾਕੀ ਤੁਹਾਨੂੰ ਇੰਨੇ ਕੁ ਕਰਾਉਣ ਦੀ ਗੱਲ ਆਪਾਂ ਕੀਤਾ ਬੱਚੇ, ਕੋਸ਼ਿਸ਼ ਕੀਤੀ ਹੈ ਵੀ ਤੁਹਾਨੂੰ ਜਿਹੜੇ ਬੱਚੇ ਬਿਲਕੁਲ ਨਵੇਂ ਸੀ ਆਸਾਨ ਭਾਸ਼ਾ ਦੇ ਵਿੱਚ ਵੀ ਉਹਨਾਂ ਨੂੰ ਵੀ ਸਮਝਾਇਆ ਜਾ ਸਕੇ। ਤਾਂ ਤੁਸੀਂ ਇੰਨੇ ਕੁ ਫੈਕਟ ਕਲੀਅਰ ਹੋ ਗਏ ਹੋਣਗੇ। ਔਰ ਜਿਨ੍ਹਾਂ ਨੇ ਬੱਚੇ ਟੈਲੀਗ੍ਰਾਮ ਹਜੇ ਤੱਕ ਜੁਆਇਨ ਨਹੀਂ ਕੀਤਾ ਤਾਂ ਉਹ ਟੈਲੀਗ੍ਰਾਮ ਨੂੰ ਜੁਆਇਨ ਜ਼ਰੂਰ ਕਰ ਲਿਓ, ਕਿਉਂਕਿ ਉਹਦੇ 'ਤੇ ਆਪਾਂ ਕਾਫੀ ਜਿਹੜੇ ਸ਼ੇਅਰ ਕਰਦੇ ਹਾਂ ਕੁਐਸਚਨ ਵਗੈਰਾ। ਹੁਣ ਦੇਖੋ ਬੱਚੇ, ਦਾ ਮੋਸਟ ਅਬੰਡੈਂਟ ਗੈਸ ਐਮਿਟਡ ਫਰੋਮ ਦਾ ਵਲਕੈਨੋ। ਹੁਣ ਮੈਂ ਤੁਹਾਨੂੰ ਸਮਝਾ ਕੇ ਹਟਿਆ ਵੀ ਕਿਹੜੀ ਗੈਸ ਇਹਦੇ ਵਿੱਚੋਂ ਸਭ ਤੋਂ ਜ਼ਿਆਦਾ ਨਿਕਲਦੀ ਆ। ਵਾਟਰ ਵੈਪਰ, ਹੀਲੀਅਮ, ਸਲਫਰ ਡਾਈਆਕਸਾਈਡ ਜਾਂ ਫਿਰ ਕਾਰਬਨ ਡਾਈਆਕਸਾਈਡ। ਤਾਂ ਇਹਦਾ ਕਰੈਕਟ ਆਂਸਰ ਕੀ ਸੀਗਾ, ਵਾਟਰ ਵੈਪਰ ਸਭ ਤੋਂ ਜ਼ਿਆਦਾ ਨਿਕਲਦਾ। ਇਹ ਆਪਾਂ ਫੈਕਟ ਹੁਣ ਦੇਖ ਕੇ ਹਟੇ ਹਾਂ। ਦੂਸਰਾ ਤਾਂ ਇਹ ਕਹਿੰਦਾ ਵੀ ਲਾਸਟ ਟਾਈਮ ਬੈਰਨ ਆਈਲੈਂਡ ਅਰਪਟਡ ਵਾਜ਼ ਇਨ 1991। ਦੇਖੋ ਬੱਚੇ 2018 ਦੇ ਵਿੱਚ ਇਹ ਫਟਿਆ ਸੀਗਾ, ਤਾਂ ਕਰਕੇ ਇਹਨਾਂ ਦੇ ਕਰੰਟ ਦਾ ਪਾਰਟ ਰਿਹਾ ਸੀ। ਸੋ ਇਹਨਾਂ ਨੇ ਕੁਐਸਚਨ ਫਰੇਮ ਕੀਤਾ। ਤੀਸਰੀ ਆਪਸ਼ਨ ਬਿਲਕੁਲ ਗਲਤ ਹੋਊਗੀ ਇਹਦੀ, ਬੀ ਐਂਡ ਡੀ ਆਪਸ਼ਨ, ਬੀ ਸੀ ਡੀ ਤਿੰਨਾਂ ਦੇ ਵਿੱਚ 3 ਹੈਗਾ ਅਤੇ ਉਹ ਚੀਜ਼ ਗਈ। ਤਾਂ ਇਹ ਆਨਸਰ ਇਹਦਾ ਬਿਲਕੁਲ ਗਲਤ ਆ, ਕਿਉਂਕਿ ਤੁਹਾਨੂੰ ਮੈਂ ਉੱਪਰ ਦੱਸ ਕੇ 140 ਕਿਲੋਮੀਟਰ ਵਾਲਾ ਫੈਕਟ ਮੈਂ ਤੁਹਾਨੂੰ ਦੁਬਾਰਾ ਬੈਕ ਕਰਕੇ ਇਹ ਚੀਜ਼ ਉਹਦੇ ਨਾਲ ਦਿਖਾਈ ਸੀ, ਵੀ ਕੰਪੇਅਰ ਕਰ ਲਿਓ ਤੁਸੀਂ, ਠੀਕ ਆ। ਇਸ ਤੋਂ ਬਾਅਦ ਜਿਹੜਾ ਆਪਣਾ ਅਗਲਾ ਕੁਐਸਚਨ ਸੀਗਾ, ਦਾ ਹਾਈਐਸਟ ਵਲਕੈਨੋ ਮਾਊਂਟੇਨ ਇਨ ਦਾ ਵਰਲਡ। ਇਹ ਬੱਚੇ ਤੁਸੀਂ ਦੱਸਣਾ ਵੀ ਕਿਹੜਾ ਗਾ। ਔਰ ਇਹਨਾਂ ਨੇ ਦੇਖ ਲਓ ਬੱਚੇ ਇੱਥੇ ਕੀ ਪੁੱਛਿਆ, ਹਾਈਐਸਟ ਨਹੀਂ ਪੁੱਛਿਆ, ਨਾਲ ਹਾਈਐਸਟ ਵਲਕੈਨਿਕ ਮਾਊਂਟੇਨ ਇਨ ਦਾ ਵਰਲਡ। ਤਾਂ ਕੁਐਸਚਨ ਨੂੰ ਪਹਿਲਾਂ ਧਿਆਨ ਦੇ ਨਾਲ ਤੁਸੀਂ ਪੜ੍ਹ ਲਿਓ, ਫਿਰ ਇਹਦਾ ਆਨਸਰ ਦੇਣਾ। ਮਾਊਂਟ ਈਟਨਾਈਜ਼ ਕੀ ਆ, ਇਹ ਮਾਊਂਟੇਨ ਆ, ਹਿੱਲਾ ਵਲਕੈਨੋ ਆ, ਇਹ ਇੱਕ ਵਲਕੈਨੋ ਆ ਮਾਊਂਟ ਈਟਨਾ, ਜਿਹੜਾ ਕਿ ਇਟਲੀ ਦੇ ਵਿੱਚ ਆ, ਠੀਕ ਆ। ਇਹਦੇ ਬਾਰੇ ਵੀ ਆਪਾਂ ਦੇਖ ਚੁੱਕੇ ਹਾਂ। ਤਾਂ ਬੱਚੇ ਇਹ ਸੀਗੇ ਤੁਹਾਡੇ ਅੱਜ ਦੇ ਕੁਐਸਚਨ। ਆਹ ਵਾਲੇ ਕੁਐਸਚਨ ਦਾ ਆਨਸਰ ਆ ਜਿਹੜਾ ਕੁਐਸਚਨ ਨੰਬਰ 3, ਇਹਦਾ ਆਨਸਰ ਤੁਸੀਂ ਕਮੈਂਟ ਕਰਕੇ ਜ਼ਰੂਰ ਦੇਣਾ, ਨਾਲ ਉਹਦੇ ਫੈਕਟ। ਦੇਖੋ ਜਿਹੜਾ ਵੀ ਬੱਚੇ ਟੈਲੀਗ੍ਰਾਮ 'ਤੇ ਕੁਐਸਚਨ ਕੀਤਾ ਜਾਂਦਾ ਜਾਂ ਇੱਥੇ ਕੁਐਸਚਨ ਕੀਤਾ ਜਾਂਦਾ, ਉਹਦਾ ਆਨਸਰ ਤੁਸੀਂ ਟਰਾਈ ਕਰਿਆ ਕਰੋ, ਨਾਲ ਉਹਦੇ ਜਿਹੜੇ ਫੈਕਟ ਹੁੰਦੇ ਆ ਤੁਸੀਂ ਉਹਨਾਂ ਨੂੰ ਵੀ ਦੱਸਿਆ ਕਰੋ, ਠੀਕ ਆ। ਤਾਂ ਇਹ ਤੋਂ ਬਿਨਾਂ ਬੱਚੇ ਦੇਖੋ ਜਿੰਨੇ ਵੀ ਆਪਣੇ ਇੰਪੋਰਟੈਂਟ ਚੀਜ਼ਾਂ ਹੁੰਦੀਆਂ ਨੇ, ਜਿਵੇਂ ਕਿ ਇਹ ਤੋਂ ਬਿਨਾਂ ਆਪਾਂ ਹੋਰ ਇੱਕ ਟਰਮ ਆ ਜਿਹੜੀ ਜੀਓਗ੍ਰਾਫੀ ਦੀ, ਆਪਾਂ ਉਹ ਤੁਹਾਡੇ ਨਾਲ ਡਿਸਕਸ ਕਰਦੇ ਹਾਂ, ਜਿਹੜੀ ਕਰੰਟ ਦੇ ਵਿੱਚ ਰਹੀ ਸੀ, ਠੀਕ ਆ। ਤਾਂ ਤੁਸੀਂ ਸਭ ਨੇ ਇੱਕ ਟਰਮ ਸੁਣੀ ਹੋ, ਫਲੈਸ਼ ਫਲੱਡ ਐਂਡ ਫਲੈਸ਼ ਡਰਾਊਟ। ਹੁਣ ਡਰਾਊਟ ਹੁੰਦਾ ਜਿੱਥੇ ਸੋਕਾ ਪੈ ਜੇ, ਮਤਲਬ ਮੀਂਹ ਮੂੰਹ ਨਾ ਪਵੇ। ਹੁਣ ਜਿਹੜਾ ਫਲੈਸ਼ ਫਲੱਡ ਹੁੰਦਾ ਬੱਚੇ, ਉਹ ਤਾਂ ਉਹ ਹੁੰਦਾ ਵੀ ਜਦੋਂ ਘੱਟ ਸਮੇਂ ਦੇ ਵਿੱਚ, ਠੀਕ ਆ, ਮਤਲਬ ਕਿ ਵੈਰੀ ਘੱਟ, ਬਹੁਤ ਥੋੜ੍ਹੇ ਸਮੇਂ ਮੀਂਹ ਪੈਂਦਾ, ਠੀਕ ਆ, ਉਹਦੇ ਨਾਲ ਕਾਫੀ ਫਲੱਡ ਆ ਜਾਂਦੇ ਆ, ਉਹਨੂੰ ਤਾਂ ਕਹਿੰਦੇ ਫਲੈਸ਼ ਫਲੱਡ। ਔਰ ਭਾਰਤ ਨੇ ਆਪਦੀ ਮਤਲਬ ਕਿ ਫਲੈਸ਼ ਫਲੱਡ ਗਾਈਡਲਾਈਨ ਸਰਵਿਸ ਆ ਜਿਹੜੀ ਇੰਡੀਆ ਅਤੇ ਬਾਕੀ ਬੰਗਲਾਦੇਸ਼, ਭੂਟਾਨ, ਨੇਪਾਲ, ਸ੍ਰੀਲੰਕਾ ਇਹਨਾਂ ਦੇ ਲਈ ਸ਼ੁਰੂ ਕਰਤੀ ਆ ਇਹ, ਠੀਕ ਆ। ਤਾਂ ਇਹ ਬਸ ਫੈਕਟ ਸੀਗਾ, ਇਹ ਕਰੰਟ ਦੇ ਵਿੱਚ ਰਿਹਾ ਸੀ। ਤਾਂ ਤੁਹਾਨੂੰ ਇਹ 'ਚੋਂ ਆ ਸਕਦਾ ਵੀ ਕਿਹਦੇ ਲਈ ਸ਼ੁਰੂ ਕੀਤੀ ਆ ਫਲੈਸ਼ ਫਲੱਡ। ਤਾਂ ਇਹ ਤੁਸੀਂ ਕਹਿ ਸਕਦੇ ਹੋ ਗਾਈਡਲਾਈਨਸ ਨੇ ਜਿਹੜੀਆਂ ਇੰਡੀਆ ਲਈ, ਤਾਂ ਚਲੋ ਹੋਣਗੀਆਂ ਹੀ ਇੰਡੀਆ ਦੀ ਆ, ਬੰਗਲਾਦੇਸ਼, ਭੂਟਾਨ, ਨੇਪਾਲ ਐਂਡ ਸ੍ਰੀਲੰਕਾ। ਤਾਂ ਇਹ ਸਾਊਥ ਆਸ਼ੀਅਨ ਕੰਟਰੀ ਨੇ, ਇਹਨਾਂ ਲਈ ਵੀ ਕੀਤਾ ਹੋਇਆ। ਅਤੇ ਨਾਲ ਹੀ ਹੁਣ ਤੁਹਾਨੂੰ ਆ ਸਕਦਾ ਵੀ ਫਲੈਸ਼ ਫਲੱਡ ਕੀ ਹੁੰਦਾ, ਠੀਕ ਆ। ਜਦੋਂ ਤਾਂ ਮਤਲਬ ਕਿ short duration with very high peak and usually have less than 6 hours between the occurrence of the rainfall and peak flood। ਮਤਲਬ ਫਲੱਡ ਪੂਰਾ ਚੋਟੀ ਦਾ ਜੇ ਅਤੇ 6 ਘੰਟਿਆਂ ਤੋਂ ਥੱਲੇ ਰੇਨ ਪੈਂਦੀ ਹੈ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਫਲੈਸ਼ ਫਲੱਡ। ਇਸ ਤੋਂ ਬਾਅਦ ਫਲੈਸ਼ ਡਰਾਊਟ ਕੀ ਹੁੰਦਾ, ਮਤਲਬ ਜਦੋਂ ਬਹੁਤ ਜਲਦੀ ਸੋਇਲ ਮੋਇਸਚਰ ਖਤਮ ਹੋ ਜੇ ਬਿਲਕੁਲ ਤੇਜ਼ੀ ਦੇ ਨਾਲ, ਮਤਲਬ 1 ਹਫ਼ਤੇ ਜਾਂ 2 ਹਫ਼ਤਿਆਂ ਦੇ ਬਿਟਵੀਨ ਸੋਕਾ ਪੈ ਜੇ ਉੱਥੇ, ਨਹੀਂ ਮਤਲਬ ਕਿ ਕਈ ਮੰਥ ਵਗੈਰਾ ਲੱਗ ਜਾਂਦੇ ਆ, ਪਰ ਇਹ ਚੀਜ਼ ਜਿਹੜੀ ਬੜੀ ਰੈਪਿਡਲੀ ਤੇਜ਼ੀ ਦੇ ਨਾਲ ਹੁੰਦੀ ਆ, ਉਹਨੂੰ ਕਿਹਾ ਜਾਂਦਾ ਫਲੈਸ਼ ਡਰਾਊਟ। ਤਾਂ ਬੱਚੇ 2 ਫਲੈਸ਼ ਫਲੱਡ ਐਂਡ ਫਲੈਸ਼ ਡਰਾਊਟ ਤੁਹਾਨੂੰ ਕਲੀਅਰ ਆ। ਆਪਾਂ ਅਗਲੇ ਇਹਦੇ ਵਿੱਚ ਜਦੋਂ ਜੀਓਗ੍ਰਾਫੀ ਦੇ ਫੈਕਟ ਕਰਾਂਗੇ, ਉਹਦੇ 'ਚੋਂ ਜਿਹੜੇ ਆਪਣੇ
ਮਾਊਂਟੇਨ ਜਾਂ ਫਿਰ ਜੀਓਗ੍ਰਾਫੀ ਦੇ ਇੰਡੀਆ ਦੇ ਪਲੇਸ ਜਾਂ ਫਿਰ ਵਰਲਡ ਲੈਵਲ ਤੇ ਜਿਹੜੇ ਆਪਾਂ ਨੂੰ ਲੱਗਦਾ ਵੀ ਕੁਐਸਚਨ ਦੇ ਆਪਣੇ ਐਗਜ਼ਾਮ ਦੇ ਵਿੱਚ ਪੁੱਛੇ ਜਾ ਸਕਦੇ ਆ, ਉਹਨਾਂ ਨੂੰ ਵੀ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਔਰ ਜਿੰਨਾ ਹੋ ਸਕੇ। ਤਾਂ ਕਰਕੇ ਬੱਚੇ ਟਾਈਪਿੰਗ ਕਰਨ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਜਾਂਦਾ, ਸੋ ਦੈਟਸ ਵਾਈ ਆਪਾਂ ਐਵੇਂ ਹੀ ਟਾਈਪ ਕਰਕੇ ਤੁਹਾਨੂੰ ਕਰਵਾ ਰਹੇ ਹਾਂ, ਕਿਉਂਕਿ ਫਿਰ ਉਨੇ ਟਾਈਮ ਦੇ ਵਿੱਚ ਅਗਲੀ 1-2 ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆ ਸਕਦੇ ਹਾਂ। ਜੇ ਟਾਈਪਿੰਗ ਕਰਨ ਲੱਗ ਜਾਈਏ ਤਾਂ ਫਿਰ ਬੱਚੇ 1-2 ਵੀਡੀਓ ਹੁੰਦਾ, ਕੰਟੈਂਟ ਹੀ ਪੂਰਾ ਹੁੰਦਾ ਟਾਈਪਿੰਗ ਕਰਨ ਦੇ ਦੌਰਾਨ। ਓਕੇ, ਤਾਂ ਤੁਸੀਂ ਐਵੇਂ ਬੱਚੇ ਹੁਣ ਪੁਆਇੰਟਸ ਨੇ ਜਿਹੜੇ ਟਾਈਮ ਤੁਹਾਡੇ ਕੋਲ ਵੀ ਲਿਮਟਡ ਆ, ਮੇਰੇ ਕੋਲ ਵੀ ਬਹੁਤ ਘੱਟ ਟਾਈਮ ਆ ਤੁਹਾਨੂੰ ਕਰਵਾਉਣ ਦੇ ਲਈ, ਤਾਂ ਤੁਸੀਂ ਜਿਵੇਂ ਤੁਹਾਨੂੰ ਕਰਵਾਇਆ ਜਾਂਦਾ ਉਹਨੂੰ ਤੁਸੀਂ ਧਿਆਨ ਦੇ ਨਾਲ ਕਰੋ ਬੱਚੇ, ਤੁਹਾਨੂੰ ਆਪ ਨੂੰ ਹੀ ਲੱਗੂਗਾ ਵੀ ਹਾਂ ਵਾਕਈ ਕੁਛ ਅਸੀਂ ਨਵਾਂ ਸਿੱਖਿਆ। ਵੀਡੀਓ ਦੇਖਣ ਦੇ ਲਈ ਬੱਚੇ ਥੈਂਕ ਯੂ। ਜਿਹੜੇ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰਕੇ ਹੀ ਜਾਇਓ ਔਰ ਵੀਡੀਓ ਨੂੰ ਚੱਲਦੇ ਦੌਰਾਨ ਲਾਈਕ ਕਰ ਦਿਓ, ਕਮੈਂਟ ਕਰਕੇ ਆਪਣਾ ਫੀਡਬੈਕ ਦੇਣਾ ਨਾ ਭੁੱਲਿਓ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ।